8 ਤਰੀਕ ਨੂੰ ਜੀ ਉਹ ਕਾਰਾ ਹੁੰਦਾ, 11 ਤਰੀਕ ਨੂੰ ਉਹਦੀ ਰਪਟ ਹੁੰਦੀ ਹੈ ਤੇ ਅੱਜ 1 ਮਹੀਨਾ ਹੋ ਗਿਆ ਜੀ। ਪੁਲਿਸ ਦੇ ਕੋਲੇ ਚੀਜ਼ ਜਾਂਦੀ ਹੈ ਤਾਂ ਕੀ ਹੋ ਸਕਦਾ ਸੀ 1 ਮਹੀਨੇ ਦੇ ਵਿੱਚ। ਜੇ ਇਹ ਕੰਮ ਹੋਇਆ ਤਾਂ ਇੱਕ ਬਹੁਤ ਅੱਛਾ ਕੰਮ ਹੈ, ਜੇ ਨਹੀਂ ਹੋਇਆ ਤੇ ਇਸ ਦਾ ਮਤਲਬ ਇਹ ਹੈ ਕਿ ਪੁਲਿਸ ਜਿਹੜੀ ਹੈ 1960 ਤੋਂ ਹੀ ਬਦਨਾਮ ਹੈ। ਜਦੋਂ ਇਲਾਹਾਬਾਦ ਹਾਈ ਕੋਰਟ ਨੇ ਇਹ ਕਿਹਾ ਸੀ ਪੁਲਿਸ ਇਜ਼ ਐਨ ਆਰਗੇਨਾਈਜ਼ਡ ਗੈਂਗ ਇਨ ਡਕੈਟਸ, ਇਹ ਸਹੀ ਹੈ, ਪੁਲਿਸ ਥਾਣੇ ਦੀ ਮੋਹਰ ਲੱਗੀ ਹੋਈ ਹੈ ਉੱਤੇ। ਲੇਕਿਨ ਚੀਜ਼ ਇਹ ਹੈ ਵੀ ਇਹ ਪੂਰੀ ਲੋਡ ਨਹੀਂ ਕੀਤੀ ਉਹਨਾਂ ਨੇ। ਕਿਉਂ ਨਹੀਂ ਲੋਡ ਕੀਤੀ, ਕਿਸ ਵਜ੍ਹਾ ਕਰਕੇ ਨਹੀਂ ਕੀਤੀ? ਕਿਉਂਕਿ ਇਹਦੇ 2 ਪੇਜ ਮੇਰੀ ਸਮਝ ਮੁਤਾਬਕ ਹੋਰ ਹੋਣੇ ਜ਼ਰੂਰੀ ਨੇ। ਉਹ ਕਿਉਂ ਨਹੀਂ ਲੋਡ ਕੀਤੀ, ਇਹਦੇ ਉੱਤੇ ਆਈਓ ਦਾ ਨਾਂ ਕਿਉਂ ਨਹੀਂ, ਕਿਸ ਵਜ੍ਹਾ ਕਰਕੇ ਨਹੀਂ, ਇਹ ਗੱਲਾਂ ਜਿਹੜੀਆਂ ਉਨੀ ਦੇਰ ਅਸੀਂ ਨਹੀਂ ਕਰ ਸਕਦੇ ਤੇਰੇ ਪੂਰੀ FIR ਦੀ ਕਾਪੀ ਨੂੰ ਨਾ ਦੇਖਿਆ ਜਾ ਸਕੇ। ਜਿਹੜੀਆਂ ਪੰਜਾਬ ਹਰਿਆਣਾ ਦੀਆਂ FIRs ਨੇ ਉਹਨਾਂ ਦੇ ਉੱਤੇ ਲਿਖਿਆ ਜਾਂਦਾ ASI ਜਾਂ ਸਬ ਇੰਸਪੈਕਟਰ ਲਿਖਿਆ ਜਾਂਦਾ ਜਾਂ ਅਸਿਸਟੈਂਟ ਸਬ ਇੰਸਪੈਕਟਰ ਲਿਖਿਆ ਜਾਂਦਾ ਵੀ ਉਹ ਕੇਸ ਵਧੀਆ ਹੋ ਕੇ ਵੀ ਉਹ ਕੋਰਟ ਦੇ ਵਿੱਚ ਫੇਲ ਹੋ ਜਾਂਦਾ ਤੇ ਬੰਦਾ ਜਿਹੜਾ ਬਰੀ ਹੋ ਜਾਂਦਾ। ਤੇ ਮਿਸ਼ਰਾ ਜੀ ਦਾ ਬੇਟਾ ਜਿਹੜਾ ਹੈ ਪੇਸ਼ ਹੋ ਗਿਆ, ਉਸ ਤਾੜਨਾ ਤੋਂ ਬਾਅਦ ਪਹਿਲੋਂ ਨਹੀਂ ਪੇਸ਼ ਹੋਇਆ, ਉਹ ਤਾੜਨਾ ਤੋਂ ਬਾਅਦ ਪੇਸ਼ ਹੋਇਆ। ਜੇ ਉਹ ਪੇਸ਼ ਹੋਇਆ ਤੇ ਉਹਦੀ ਗ੍ਰਿਫਤਾਰੀ ਹੋਈ ਹੈ ਤੇ ਫਿਰ ਇਹ ਜਿਹੜੇ ਨੇ ਮਿਸ਼ਰਾ ਜੀ ਤੋਂ ਅੱਗੇ ਨੇ। ਭਾਰਤ ਸਰਕਾਰ ਦਾ ਜਿਹੜਾ ਮੰਤਰੀ ਹੈ ਉਹਦੇ ਤੋਂ ਇਹ ਅੱਗੇ ਨੇ। ਇਹ ਲੋਕ ਇਹਨਾਂ ਦੇ ਉੱਤੇ ਕਿਉਂ ਫੇਵਰ ਕੀਤੀ ਜਾ ਰਹੀ ਹੈ, ਕਿਸ ਹਿਸਾਬ ਨਾਲ ਕੀਤੀ ਜਾ ਰਹੀ ਹੈ? ਅਜੇ ਤੱਕ ਇਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ, ਇੰਟਰੋਗੇਸ਼ਨ ਕਿਉਂ ਨਹੀਂ ਹੋਈ, ਪੁੱਛਗਿੱਛ ਕਿਉਂ ਨਹੀਂ ਹੋਈ? ਇਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਜਾਂ ਨਹੀਂ ਕੀਤਾ, ਉਹਦੇ ਕੀ ਸਿੱਟੇ ਜਾਂ ਨਿਸ਼ਕਰਸ਼ ਨਿਕਲੇ ਨੇ? ਜੇ ਉਹ ਸੁਰਾਗ ਨਹੀਂ ਮਿਲਿਆ ਤੇ ਇਸ ਦਾ ਮਤਲਬ ਇਹ ਹੈ ਵੀ ਕੋਰਟ ਵਿੱਚ ਉਹ ਨਹੀਂ ਗਏ, ਐਂਟੀਸਪੇਟਰੀ ਬੇਲ ਉਹਨਾਂ ਨੇ ਨਹੀਂ ਲਈ। ਔਰ ਹੋਰ ਤਾਂ ਹੋਰ, ਜੇ ਐਂਟੀਸਪੇਟਰੀ ਬੇਲ ਨਹੀਂ ਲਈ ਤੇ ਇਸ ਦਾ ਮਤਲਬ ਇਹ ਹੈ ਪੁਲਿਸ ਵਾਲਿਆਂ ਨੇ ਕਿਹਾ ਹੋਣਾ 50,000 ਲੱਖ ਸਾਨੂੰ ਦੇ ਜਾਓ ਤੇ ਤੁਹਾਨੂੰ ਕੋਰਟ ਜਾਣ ਦੀ ਜ਼ਰੂਰਤ ਨਹੀਂ, ਵਕੀਲ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਐਂਟੀਸਪੇਟਰੀ ਬੇਲ ਇਸ ਲਈ ਲੈਣੀ ਹੈ ਨਾ, ਪੁਲਿਸ ਗ੍ਰਿਫਤਾਰ ਨਾ ਕਰੇ ਤੇ ਅਸੀਂ ਗ੍ਰਿਫਤਾਰ ਹੀ ਨਹੀਂ ਕਰਦੇ ਤੁਹਾਨੂੰ। ਯੂਪੀ ਦੇ ਵਿੱਚ ਕਾਨੂੰਨ ਮੰਤਰੀ ਹੈ, ਉਹਨੇ ਵੇਖਣਾ ਵੀ ਅਜੇ ਤੱਕ ਇਹ ਜਿਹੜਾ ਹੈ ਇਹਦਾ ਕੋਈ ਰਸਤਾ ਕਿਉਂ ਨਹੀਂ, ਚਾਲ ਕਿਉਂ ਨਹੀਂ ਨਿਕਲੀ ਔਰ ਕਿਸ ਗਤੀ ਤੇ ਇਹ ਚੱਲ ਰਿਹਾ ਕੇਸ ਔਰ ਕੀ ਮਿਲੀ ਭੁਗਤ ਜਾਂ ਮਿਲੀ ਧਾਂਦਲੀ ਹੋ ਰਹੀ ਹੈ ਇਹਦੇ ਵਿੱਚ। ਯੋਗੀ ਸਰਕਾਰ ਬਾਰ-ਬਾਰ ਕਹਿੰਦੀ ਹੈ ਵੀ ਕ੍ਰਾਈਮ ਖਤਮ ਹੋ ਗਿਆ ਹੈ, ਇੱਕ ਚੰਗੀ ਗੱਲ ਹੈ, ਉਹ ਢੰਡੋਰਾ ਪਿੱਟਦੇ ਨੇ, ਪਰ ਇਹ ਢੰਡੋਰੇ ਦਾ ਜਿਹੜਾ ਅਸਰ ਹੈ ਉਹ ਕਿੱਥੋਂ ਤੱਕ ਹੈ? ਇਹੋ ਜਿਹੇ ਕੇਸਾਂ ਤੋਂ ਦੇਖਣ ਨੂੰ ਮਿਲਦਾ ਜਿਹੜੇ ਤੁਸੀਂ ਚੁੱਕਦੇ ਹੋ, ਸੋਸ਼ਲ ਮੀਡੀਆ ਚੁੱਕਦਾ ਹੈ, ਆਮ ਲੋਕਾਂ ਤੱਕ ਇਹ ਜਿਹੜਾ ਦੂਜਾ ਮੀਡੀਆ ਹੈ ਉਹਦੇ ਰਾਹੀਂ ਨਹੀਂ ਇਹ ਗੱਲਾਂ ਜਾਂਦੀਆਂ। ਹਰ ਵੇਲੇ ਖਿਲਵਾੜ ਹੁੰਦਾ, ਹਰ ਵੇਲੇ ਖਿਲਵਾੜ ਹੁੰਦਾ ਔਰ ਹੁੰਦਾ ਆ ਰਿਹਾ ਅੱਜ ਤੱਕ। ਖਿਲਵਾੜ ਦਰ ਖਿਲਵਾੜ, ਇਹ ਉਸੇ ਤਰ੍ਹਾਂ ਦਾ ਖਿਲਵਾੜ ਹੁੰਦਾ ਹੈ। ਪੰਡਾ ਭੰਡਾਰੀਆ ਕਿਤਨਾ ਗੁਪਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਸਾਰਿਆਂ ਨੇ ਇਸ ਚੀਜ਼ ਨੂੰ, ਇਸ ਕਤਲ ਨੂੰ ਅੰਜਾਮ ਦਿੱਤਾ। ਇਹ 2 ਧਾਰਾਂ ਲੱਗੀਆਂ ਔਰ ਇਹਦੇ ਵਿੱਚ ਜਿਹੜੀ ਹੈ ਉਮਰ ਕੈਦ ਵੀ ਹੈ ਤੇ ਡੈਥ ਸੈਂਟੈਂਸ ਵੀ ਹੈ। ਔਰ ਜੇ ਇਹ ਇੰਨਾ ਹੀਨੀਅਸ ਕ੍ਰਾਈਮ ਹੈ ਔਰ ਅਜੇ ਤੱਕ ਯੂਪੀ ਪੁਲਿਸ ਦਾ ਜਿਹੜਾ ਜਿੰਨਾ ਵੀ ਮਸ਼ੀਨਰੀ ਹੈ ਉਹ ਸਾਰੀ ਇਹਦੇ ਉੱਤੇ ਸੁੱਤੀ ਹੋਈ ਹੈ। ਅਜੇ ਤੱਕ 4 ਵਿਅਕਤੀਆਂ ਦੇ ਨਾਂ ਜਿਹੜੇ ਨੇ ਉਹ ਇਹਦੇ ਵਿੱਚ ਦਰਜ ਨੇ ਇਸ FIR ਦੇ ਵਿੱਚ, ਜਿਹੜੀ ਤੁਸੀਂ ਮੈਨੂੰ ਦਿਖਾਈ ਹੈ। ਔਰ ਇਹ 4 ਦੀ ਤਫਤੀਸ਼ ਹੋਈ, ਕੋਈ ਉਹਨਾਂ ਦੀਆਂ ਸਟੇਟਮੈਂਟਾਂ ਹੋਈਆਂ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿਉਂ ਉਹਨਾਂ ਦਾ ਰਿਮਾਂਡ ਲਿਆ ਗਿਆ ਜਾਂ ਨਹੀਂ ਲਿਆ ਗਿਆ, ਕੀ ਕਾਰਨ ਨੇ? ਇਹ ਜਿਹੜੇ ਯੂਪੀ ਸਰਕਾਰ ਦੇ DGP ਸਾਹਿਬ ਦੱਸਣਗੇ, ਪਰ DGP ਸਾਹਿਬ ਤਾਂ ਆਪ ਹੀ ਉਲਝੇ ਫਿਰਦੇ ਨੇ। ਕਿਹਾ ਜਾਏ ਵੀ ਸਰਕਾਰ ਨੂੰ ਕੋਰਟ ਦੇ ਵਿੱਚੋਂ ਵੀ ਖਿਚਾਈ ਹੋ ਰਹੀ ਹੈ, ਉਹਨਾਂ ਦੀ ਪੁਲਿਸ ਦੀ ਵੀ ਖਿਚਾਈ ਹੋ ਰਹੀ ਹੈ ਤੇ ਕੋਈ ਗਲਤ ਗੱਲ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਪਰਮਦੀਪ ਸਿੰਘ ਧਮਾਨ ਤੇ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚਹੇਤਾ ਚੈਨਲ ਆਤਿਜ਼ਮ TV ਤੇ ਨਿਊਜ਼ ਚੈਨਲ ਅਣਖ ਪੰਜਾਬ ਦੀ। ਤਕਰੀਬਨ ਅੱਜ 1 ਮਹੀਨਾ ਹੋ ਗਿਆ ਜੀ ਹਰਚਰਨ ਦੇ ਕੇਸ ਨੂੰ।
ਅਸੀਂ ਜਦੋਂ ਦੇ ਹਰਚਰਨ ਦੇ ਨਾਲ ਇਹ ਵਾਕਿਆ ਹੋਇਆ ਉਦੋਂ ਤੋਂ ਹਰਚਰਨ ਦੇ ਕੇਸ ਦੇ ਨਾਲ ਜੁੜੇ ਹੋਏ ਹਾਂ। ਕਈ ਕਾਨੂੰਨੀ ਮਾਹਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ, ਕਈ ਇੰਟਰਵਿਊਜ਼ ਕੀਤੀਆਂ ਨੇ, ਬਹੁਤ ਫੋਨ ਕਾਲਸ ਵੀ ਸਾਨੂੰ ਆਉਂਦੀਆਂ ਨੇ ਜਿਹਨੂੰ ਅਸੀਂ ਫੋਨ ਕਾਲ ਰਿਕਾਰਡਿੰਗ ਦੇ ਨਾਮ ਦੇ ਟਾਈਟਲ 'ਤੇ ਅਸੀਂ ਪਾਉਂਦੇ ਹਾਂ ਅਤੇ ਤੁਸੀਂ ਸੁਣਦੇ ਹੋ। ਉਹ ਜਿਹੜਾ ਕੇਸ ਹੋਇਆ ਨਾ ਬੱਚੇ ਦੇ ਨਾਲ, ਇੰਨੀ ਜ਼ਿਆਦਤੀ ਹੋਈ ਹੈ, ਕਿਸ ਨੇ ਕੀਤਾ ਹੈ? ਕਈ ਕਾਨੂੰਨ ਮਾਹਰਾਂ ਦਾ ਕਹਿਣਾ ਹੈ ਵੀ ਉਹ ਸਾਹਮਣੇ ਨਹੀਂ ਹੈ, ਬਟ ਕਈ ਕਾਪੀਆਂ ਦੇ ਵਿੱਚ FIRs ਦੇ ਵਿੱਚ ਉਹ ਨਾਮ ਵੀ ਬੋਲਦੇ ਨੇ। ਅੱਜ ਸਾਡੇ ਨਾਲ ਚੰਡੀਗੜ੍ਹ ਹਾਈ ਕੋਰਟ ਤੋਂ ਇੱਕ ਕਾਨੂੰਨੀ ਮਾਹਰ ਨੇ, ਬਹੁਤ ਪੁਰਾਣੇ ਨੇ, ਉਹਨਾਂ ਨੂੰ 40 ਸਾਲ ਦਾ ਤਜਰਬਾ ਹੈ ਜੀ, ਸੀਨੀਅਰ ਐਡਵੋਕੇਟ ਨੇ ਜੀ, ਐਡਵੋਕੇਟ ਜਗਮੋਹਨ ਭੱਟੀ ਜੀ। ਉਹਨਾਂ ਤੋਂ ਅਸੀਂ ਸਲਾਹ ਲੈਣੀ ਹੈ, ਕੇਸ ਦੇ ਨਾਲ ਡਿਸਕਸ ਕਰਨਾ ਹੈ, ਕੇਸ ਦੀ ਗੱਲਬਾਤ ਕਰਨੀ ਹੈ, ਕੇਸ ਬਾਰੇ ਜਾਣਨਾ ਹੈ, ਤੁਹਾਨੂੰ ਵੀ ਦੱਸਣਾ ਵੀ ਕੇਸ ਦੇ ਵਿੱਚ ਕੀ ਹੋ ਸਕਦਾ ਸੀ ਅਤੇ ਕੀ ਹੋ ਸਕਦਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਇੱਕ ਚੰਗਾ ਉਪਰਾਲਾ ਕਰ ਰਹੇ ਹੋ ਤੁਸੀਂ, ਇਹ ਇੱਕ ਬੜਾ ਸ਼ਲਾਘਾਯੋਗ ਕਦਮ ਹੈ। ਤੁਸੀਂ ਜੇ ਇਹ ਕਿਹਾ ਜਾਏ ਬਈ ਕੋਰਟਾਂ ਫੇਲ ਹੋ ਰਹੀਆਂ, ਪੁਲਿਸ ਫੇਲ ਹੋ ਰਹੀ ਹੈ, ਸਰਕਾਰ ਫੇਲ ਹੋ ਰਹੀ ਹੈ ਔਰ ਟਰਾਇਲ ਫੇਲ ਹੋ ਰਿਹਾ ਉਹਨਾਂ ਸਾਰਿਆਂ ਦਾ, ਅਤੇ ਤੁਸੀਂ ਇੱਕ ਟਰਾਇਲ ਕਰਕੇ ਇਹਨਾਂ ਨੂੰ ਟਰਾਇਲ ਸਾਰਿਆਂ ਦੇ ਉੱਤੇ ਪਾ ਦਿੱਤਾ ਹੈ, ਅਤੇ ਇਹ ਮੇਰਾ ਖਿਆਲ ਹੈ ਕੋਈ ਗਲਤ ਗੱਲ ਨਹੀਂ ਜੇ ਮੈਂ ਇਹ ਕਹਾਂ ਵੀ ਤੁਸੀਂ ਜੋ ਟਰਾਇਲ ਕਰ ਰਹੇ ਹੋ ਇਹ ਬਿਲਕੁਲ ਠੀਕ ਹੈ, ਸੁਚੱਜਾ। ਤੁਹਾਡੇ ਮਨ 'ਚ ਉਸ ਬੱਚੇ ਲਈ ਵੀ ਦਰਦ ਹੈ, ਅਤੇ ਜਿਨ੍ਹਾਂ ਨੇ ਇਹ ਕਾਰਾ ਕੀਤਾ ਉਹਨਾਂ ਨੂੰ ਵੀ ਕਾਨੂੰਨ ਦਾ ਜਿਹੜਾ ਰਸਤਾ ਹੈ ਉੱਧਰ ਜਾਣਾ ਚਾਹੀਦਾ। ਜੇ ਉਹ ਨਹੀਂ ਜਾਂਦੇ ਤਾਂ ਤੁਸੀਂ ਬਚਾਉਣ ਦਾ ਹਰ ਹੀਲਾ ਵਸੀਲਾ ਕਰ ਰਹੇ ਹੋ। ਤੁਹਾਡਾ ਅਤੀ ਧੰਨਵਾਦੀ ਹਾਂ। ਬਹੁਤ ਬਹੁਤ ਧੰਨਵਾਦ ਸਰ। ਸਰ, ਇਹ ਤੁਹਾਨੂੰ ਖਬਰਾਂ ਦੇ ਜ਼ਰੀਏ ਇਹ ਸੂਚਨਾ ਜ਼ਰੂਰ ਮਿਲੀ ਹੋਏਗੀ ਵੀ ਯੂਪੀ ਪੀਲੀਭੀਤ ਦੇ ਵਿੱਚ ਕੀ ਕਾਂਡ ਹੋਇਆ ਹੈ ਨਾ, ਕੀ ਉਹ ਬੱਚੇ ਦੇ ਨਾਲ ਹੋਇਆ ਰਾਤ ਨੂੰ। 8 ਤਰੀਕ ਨੂੰ ਜੀ ਉਹ ਕਾਰਾ ਹੁੰਦਾ, 11 ਤਰੀਕ ਨੂੰ ਉਹਦੀ ਰਪਟ ਹੁੰਦੀ ਹੈ, ਅਤੇ ਅੱਜ 1 ਮਹੀਨਾ ਹੋ ਗਿਆ ਜੀ। ਇਨ ਬਿਟਵੀਨ ਅਗਰ ਪੁਲਿਸ ਦੇ ਕੋਲੇ ਚੀਜ਼ ਜਾਂਦੀ ਹੈ ਤਾਂ ਕੀ ਹੋ ਸਕਦਾ ਸੀ 1 ਮਹੀਨੇ ਦੇ ਵਿੱਚ। ਪਹਿਲੀ ਗੱਲ ਇਹ ਹੈ, ਜਦੋਂ ਵੀ ਕੋਈ ਔਫੈਂਸ ਹੁੰਦਾ ਹੈ ਉਹ ਕੋਗਨੀਜ਼ੇਬਲ ਔਫੈਂਸ ਹੈ, ਅਤੇ ਇਮੀਡੀਏਟਲੀ ਜਿਹੜੀ ਹੈ ਪੁਲਿਸ ਨੂੰ FIR ਦਰਜ ਕਰਕੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਮੁਤਾਬਕ FIR ਦਰਜ ਕਰਕੇ ਉਸ FIR ਦੀ ਕਾਪੀ ਜਿਹੜੀ ਹੁੰਦੀ ਹੈ ਉਹ ਕੰਪਲੇਨੈਂਟ ਨੂੰ ਦੇਣੀ ਹੁੰਦੀ ਹੈ, ਔਰ ਉਸ ਦੀ ਜਿਹੜੀ ਰਿਪੋਰਟ ਹੈ FIR ਦਰਜ ਹੋਈ ਹੈ ਉਹ ਜਿਹੜੀ ਰਿਪੋਰਟ ਹੈ 24 ਘੰਟੇ ਦੇ ਵਿੱਚ ਇਲਾਕਾ ਮੈਜਿਸਟ੍ਰੇਟ ਕੋਲ ਪਹੁੰਚਣੀ ਜ਼ਰੂਰੀ ਹੈ, ਔਰ ਉਹਦੇ ਉੱਤੇ ਉਹਦੇ ਦਸਤਖਤ ਹੁੰਦੇ ਆ, ਔਰ ਸਪੈਸ਼ਲ ਮੈਸੇਂਜਰ ਜਿਹੜਾ ਹੈ ਉਹਦੇ ਲਈ ਇਹ ਕੰਮ ਕਰਦਾ ਹੈ ਸਾਰਾ ਕੁਛ। ਜੇ ਇਹ ਕੰਮ ਹੋਇਆ ਤਾਂ ਇੱਕ ਬਹੁਤ ਅੱਛਾ ਕੰਮ ਹੈ, ਜੇ ਨਹੀਂ ਹੋਇਆ ਤਾਂ ਇਸ ਦਾ ਮਤਲਬ ਇਹ ਹੈ ਵੀ ਪ੍ਰੋਸੀਕਿਊਸ਼ਨ ਜਿਹੜੀ ਹੈ ਏਜੰਸੀ ਉਸ ਨੂੰ ਪੁਲਿਸ ਨੇ ਚਲਾਉਣਾ। ਯੂਪੀ ਪੁਲਿਸ ਜਿਹੜੀ ਹੈ 1960 ਤੋਂ ਹੀ ਬਦਨਾਮ ਹੈ, ਜਦੋਂ ਇਲਾਹਾਬਾਦ ਹਾਈ ਕੋਰਟ ਨੇ ਇਹ ਕਿਹਾ ਸੀ ਪੁਲਿਸ ਇਜ਼ ਐਨ ਆਰਗੇਨਾਈਜ਼ਡ ਗੈਂਗ ਇਨ ਡਕੈਟਸ, ਔਰ ਉਸ ਗੱਲ ਦੇ ਉੱਤੇ ਬੜਾ ਹਾਈ ਪਾਰਿਆ ਮਚਿਆ ਸੀਗਾ, ਔਰ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਜਿਹੜੇ ਇਹ ਰਿਮਾਰਕਸ ਸੀਗੇ ਐਕਸਪੰਜ ਹੋਏ ਸੀਗੇ ਬਈ ਚਲੋ ਇਹ ਰਿਮਾਰਕਸ ਛੱਡ ਦਿਓ, ਬਾਕੀ ਜੋ ਇਹਨਾਂ ਦਾ ਕੰਮ ਹੈਗਾ। ਅੱਜ ਜੇ ਤੁਸੀਂ ਦੇਖੋ ਇਲਾਹਾਬਾਦ ਹਾਈ ਕੋਰਟ ਦੇ ਰੋਜ਼ ਨਹੀਂ ਤਾਂ ਇੱਕ ਦਿਨ ਛੱਡ ਕੇ ਆਰਡਰ ਆਉਂਦੇ ਨੇ ਵੀ ਪੁਲਿਸ ਦੀ ਜਿਹੜੀ ਵਰਕਿੰਗ ਹੈ, ਕ੍ਰਾਈਮ ਦੀ ਜਿਹੜੀ ਗ੍ਰਾਫੀ ਹੈ ਉਹ ਕਰਨੀ ਕਿਸੇ ਨੇ ਸਿੱਖਣੀ ਹੈ, ਅਤੇ ਯੂਪੀ ਪੁਲਿਸ ਤੋਂ ਸਿੱਖੀ ਜਾਏ। ਇਹ ਫਿਰ ਇੱਕ ਐਸਾ ਰੁਝਾਨ ਚੱਲ ਪਿਆ। ਮਾਨਯੋਗ ਇਲਾਹਾਬਾਦ ਹਾਈ ਕੋਰਟ ਬਾਰ-ਬਾਰ ਇਹ ਕਹਿ ਰਹੀ ਹੈ ਵੀ ਇਹ ਕੀ ਹੋ ਰਿਹਾ ਹੈ। ਹੋਰ ਤਾਂ ਹੋਰ ਜਿਹੜੀਆਂ ਦੇਸ਼ ਦੀਆਂ ਬਾਕੀ ਸੂਬਿਆਂ ਦੀਆਂ ਪੁਲਿਸ ਦੀਆਂ ਕਰਮਚਾਰੀ ਨੇ, ਜਿਹੜੀਆਂ ਕੋਰਟਾਂ ਨੇ, ਜਿਹੜੀਆਂ CBI ਕੋਰਟਸ ਨੇ, ਜਿਹੜੀਆਂ ਪੁਲਿਸ ਏਜੰਸੀਜ਼ ਨੇ, NIA ਹੈ, ਉਹਨਾਂ ਦੇ ਉੱਤੇ ਵੀ ਸ਼ੱਕ ਦੀ ਨਿਗਾਹ ਉੱਠਣ ਲੱਗ ਗਈ ਹੈ। ਕਿਉਂ ਉੱਠਦੀ ਹੈ ਸ਼ੱਕ ਦੀ ਨਿਗਾਹ? ਉਹ ਇਸ ਕਰਕੇ ਉੱਠਦੀ ਹੈ ਕਿਉਂਕਿ ਕਿੰਨੀ ਪ੍ਰੋਸੀਕਿਊਸ਼ਨ ਲਾਂਚ ਹੁੰਦੀ ਹੈ ਔਰ ਕਿੰਨੀ ਕਨਵਿਕਸ਼ਨ ਰੇਟ ਹੈ। ਪਹਿਲੀ ਚੀਜ਼, ਉਹ ਕਨਵਿਕਸ਼ਨ ਰੇਟ ਕਿਉਂ ਨਹੀਂ? ਉਹ ਇਸ ਵਜ੍ਹਾ ਕਰਕੇ ਨਹੀਂ ਕਿਉਂਕਿ ਪੁਲਿਸ ਜਿਹੜੀ ਹੈ ਉਹਦੇ ਬਾਰੇ ਆਮ ਤੌਰ 'ਤੇ ਇਹ ਧਾਰਨਾ ਬਣ ਚੁੱਕੀ ਹੈ ਲੋਕਾਂ ਦੀ ਕਿ ਪੁਲਿਸ ਪੈਸੇ ਖਾ ਕੇ ਜਿੱਧਰ ਨੂੰ ਵੀ ਸਕੇਲ ਟਿਲਟ ਕਰਨਾ ਹੁੰਦਾ, ਜਿਵੇਂ ਸੀਸਾ ਹੁੰਦਾ ਨਾ, ਇੱਧਰ ਵਜ਼ਨ ਹੈ ਅਤੇ ਉੱਧਰ ਵਜ਼ਨ ਹੈ, ਕਦੀ ਉਹ ਉੱਚੀ ਹੋ ਗਿਆ, ਕਦੀ ਉਹ ਉੱਚੀ ਹੋ ਗਿਆ। ਪੁਲਿਸ ਇਸ ਤਰ੍ਹਾਂ ਦਾ ਜਿਹੜਾ ਕਾਰੋਬਾਰ ਕਰਦੀ ਹੈ, ਔਰ ਇਹ ਕਿਸੇ ਤੋਂ ਗੁੱਝਾ ਛੁਪਾ ਨਹੀਂ। ਔਰ ਜੇ ਤੁਸੀਂ ਇਹ ਦੇਖੋ ਪੁਲਿਸ ਵਾਲੇ ਵੀ ਕਈ ਆਫਿਸਰ ਨੇ ਜਿਨ੍ਹਾਂ ਨੂੰ ਕਨਵਿਕਸ਼ਨਸ ਹੋ ਰਹੀਆਂ, ਕਿਸ ਵਜ੍ਹਾ ਕਰਕੇ ਹੋ ਰਹੀਆਂ?
ਉਹ ਇਸੇ ਵਜ੍ਹਾ ਕਰਕੇ ਹੋ ਰਹੀਆਂ ਕਿਉਂਕਿ ਪੁਲਿਸ ਦੇ ਲੈਪਸ ਨੇ। ਔਰ ਸਾਡੀਆਂ ਮਾਨਯੋਗ ਕੋਰਟਾਂ ਜਿਹੜੀਆਂ ਨੇ ਉਹ ਇਸ ਗੱਲ ਦੇ ਵੱਲ ਤਵੱਜੋ ਨਹੀਂ ਦੇ ਰਹੀਆਂ। ਜੇ ਪ੍ਰੋਸੀਕਿਊਸ਼ਨ ਫੇਲ ਹੋਈ ਹੈ ਤੇ ਉਹਨਾਂ ਨੂੰ ਡਿਪਾਰਟਮੈਂਟਲ ਇਨਕੁਆਇਰੀ ਭੁਗਤਣੀ ਪਏਗੀ ਜਾਂ ਨਹੀਂ ਭੁਗਤਣੀ ਪਏਗੀ, ਉਹਨਾਂ ਨੂੰ ਨੌਕਰੀ ਰੱਖਿਆ ਜਾਏਗਾ ਜਾਂ ਨਹੀਂ ਰੱਖਿਆ ਜਾਏਗਾ, ਉਹਨਾਂ ਨੂੰ ਤਫਤੀਸ਼ੀ ਰੱਖਿਆ ਜਾਏਗਾ ਜਾਂ ਨਹੀਂ ਰੱਖਿਆ ਜਾਏਗਾ। ਤੁਸੀਂ ਇਹ ਦੇਖੋ, ਤਫਤੀਸ਼ੀ ਜਿਹੜਾ ਲਾਇਆ ਜਾਂਦਾ, ਜਿਹਨੂੰ ਇਨਵੈਸਟੀਗੇਟਿੰਗ ਆਫੀਸਰ ਕਿਹਾ ਜਾਂਦਾ, ਉਹ ਕਿਸ ਹਿਸਾਬ ਨਾਲ ਆਪਣੀ ਤਫਤੀਸ਼ ਕਰਦੇ ਨੇ? ਕੋਈ ਉਹ ਸਪੌਟ ਵਿਜ਼ਿਟ ਨਹੀਂ ਕਰਦੇ, ਕੋਈ ਕੁਛ ਨਹੀਂ ਕਰਦੇ। ਪਹਿਲੇ ਵਕੀਲ ਹੁੰਦੇ ਸਨ ਕ੍ਰਿਮੀਨਲ ਦੇ ਜਿਹੜੇ ਕੇਸ ਕਰਦੇ ਸਨ, ਉਹ ਮੌਕਾ ਵੇਖ ਕੇ ਆਉਂਦੇ ਸੀ, ਪੂਰੀ ਤਫਤੀਸ਼ ਜਿਹੜੀ ਸੀ ਉਹਦੇ ਵਿੱਚ ਉਹ ਸ਼ਮੂਲੀਅਤ ਕਰਦੇ ਸੀਗੇ, ਔਰ ਉਸ ਸ਼ਮੂਲੀਅਤ ਦੇ ਵਿੱਚੋਂ ਉਹ ਕੱਢ ਕੇ ਜਿਹੜੀ ਹੈ ਆਪਣੇ ਕਲਾਇੰਟ ਦੀ ਪੂਰੀ ਜਿਹੜੀ ਹੈ ਜੋ ਵੀ ਗੱਲ ਹੈ ਉਸ ਨੂੰ ਕੋਰਟ ਤੱਕ ਪਹੁੰਚਾਉਂਦੇ ਸਨ। ਇਹ ਚੀਜ਼ਾਂ ਮੈਂ ਦੇਖੀਆਂ। ਸਰ ਇੱਥੇ ਨਾ ਸਾਡੇ ਕੋਲ ਐਫ ਆਈ ਆਰ ਦੀ ਕਾਪੀ ਹੈ ਜੀ ਦੋਸਤੋ, ਆ ਤੁਸੀਂ ਕਾਪੀ ਦੇਖ ਸਕਦੇ ਹੋ। ਇਹ ਹਰਚਰਨ ਦੇ ਕੇਸ ਦੀ ਹੈ ਸਰ। ਇੱਕ ਵਾਰੀ ਤੁਸੀਂ ਇਹਦੇ ਤੇ ਨਿਗਾਹ ਜ਼ਰੂਰ ਮਾਰਿਓ ਜੀ। ਇਹ ਸਰ ਸਹੀ ਹੈ ਜੀ? ਪਹਿਲੀ ਗੱਲ ਇਹ ਦੱਸੋ ਜੀ। ਇਹ ਸਹੀ ਹੈ, ਪੁਲਿਸ ਥਾਣੇ ਦੀ ਮੋਹਰ ਲੱਗੀ ਹੋਈ ਹੈ ਉੱਤੇ, ਲੇਕਿਨ ਚੀਜ਼ ਇਹ ਹੈ ਵੀ ਇਹ ਪੂਰੀ ਲੋਡ ਨਹੀਂ ਕੀਤੀ ਉਹਨਾਂ ਨੇ। ਕਿਉਂ ਨਹੀਂ ਲੋਡ ਕੀਤੀ, ਕਿਸ ਵਜ੍ਹਾ ਕਰਕੇ ਨਹੀਂ ਕੀਤੀ? ਕਿਉਂਕਿ ਇਹਦੇ 2 ਪੇਜ ਮੇਰੀ ਸਮਝ ਮੁਤਾਬਕ ਹੋਰ ਹੋਣੇ ਜ਼ਰੂਰੀ ਨੇ। ਉਹ ਕਿਉਂ ਨਹੀਂ ਲੋਡ ਕੀਤੀ? ਇਹਦੇ ਉੱਤੇ ਆਈਓ ਦਾ ਨਾਂ ਕਿਉਂ ਨਹੀਂ? ਕਿਸ ਵਜ੍ਹਾ ਕਰਕੇ ਨਹੀਂ? ਇਹ ਗੱਲਾਂ ਜਿਹੜੀਆਂ ਉਨੀ ਦੇਰ ਅਸੀਂ ਨਹੀਂ ਕਰ ਸਕਦੇ ਜਿੰਨੀ ਦੇਰ ਇਹ ਪੂਰੀ ਐਫ ਆਈ ਆਰ ਦੀ ਕਾਪੀ ਨੂੰ ਨਾ ਦੇਖਿਆ ਜਾ ਸਕੇ। ਜਦੋਂ ਤਫਤੀਸ਼ੀ ਦਾ ਨਾਂ ਹੁੰਦਾ ਇਹਦੇ ਤੇ, ਰੈਂਕ ਹੁੰਦਾ ਉਹਦਾ, ਤੁਸੀਂ ਇਹ ਦੇਖੋ ਰੈਂਕ ਜਿਹੜੀਆਂ ਪੰਜਾਬ ਹਰਿਆਣਾ ਦੀਆਂ ਐਫ ਆਈ ਆਰਸ ਨੇ ਉਹਨਾਂ ਦੇ ਉੱਤੇ ਲਿਖਿਆ ਜਾਂਦਾ ASI ਜਾਂ ਸਬ ਇੰਸਪੈਕਟਰ ਲਿਖਿਆ ਜਾਂਦਾ, ਜਾਂ ਅਸਿਸਟੈਂਟ ਸਬ ਇੰਸਪੈਕਟਰ ਲਿਖਿਆ ਜਾਂਦਾ। ਤੇ ਉਹਦੀ ਜਿਹੜੀ ਕਾਬਲੀਅਤ ਹੈ ਆਈਓ ਦੀ, ਮੈਂ ਉਹਨੂੰ ਡਾਊਟ ਨਹੀਂ ਕਰਦਾ, ਲੇਕਿਨ ਜਦੋਂ ਉਹਦੀ ਕਾਬਲੀਅਤ ਜਿਹੜੀ ਹੈ ਤਫਤੀਸ਼ ਦੇ ਦੌਰਾਨ, ਜਿਹਨੂੰ ਇਨਵੈਸਟੀਗੇਸ਼ਨ ਕਹਿੰਦੇ ਆ, ਉਹ CRPC ਦੇ ਦਾਇਰੇ ਵਿੱਚੋਂ ਆ ਕੇ ਨਿਕਲਦੀ ਹੈ, ਤਾਂ ਉੱਥੇ ਜਿਹੜਾ ਉਹ ਤਫਤੀਸ਼ੀ ਅਫਸਰ ਜਿਹੜਾ ਇੰਨੇ ਕੁ ਲੈਪਸ ਛੱਡ ਜਾਂਦਾ ਵੀ ਉਹ ਕੇਸ ਵਧੀਆ ਹੋ ਕੇ ਵੀ ਉਹ ਕੋਰਟ ਦੇ ਵਿੱਚ ਫੇਲ ਹੋ ਜਾਂਦਾ ਤੇ ਬੰਦਾ ਜਿਹੜਾ ਬਰੀ ਹੋ ਜਾਂਦਾ। ਸਰ ਇਹ ਐਫ ਆਈ ਆਰ ਨੂੰ ਰਜਿਸਟਰ ਹੋਏ ਪੂਰਾ 1 ਮਹੀਨਾ ਹੋ ਗਿਆ ਜੀ। 11 ਤਰੀਕ ਦੀ ਹੈ। 11 ਤਰੀਕ ਦਿਖਾ ਸਕਦੇ ਹੋ ਤੁਸੀਂ ਕੈਮਰਾਮੈਨ ਨੂੰ। ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਵੀ ਨੇੜੇ ਆ ਕੇ ਪਲੀਜ਼ ਇਹ ਚੈੱਕ ਕਰ ਲੈਣ, ਹੈ ਨਾ। ਇਹ ਸਕਰੀਨ ਦੇ ਉੱਤੇ ਵੀ ਮੈਂ ਕਹਿਣਾ ਆਪਣੇ ਐਡੀਟਰ ਨੂੰ ਵੀ ਇਹ ਸਕਰੀਨ ਦੇ ਉੱਤੇ ਵੀ ਇੱਕ ਵਾਰੀ ਚਲਾ ਦੇਣ ਤਾਂ ਕਿ ਲੋਕ ਦੇਖ ਸਕਣ ਇਸ ਐਫ ਆਈ ਆਰ ਨੂੰ। ਸਰ ਇਹਦੇ ਵਿੱਚ 11 ਤਰੀਕ ਲਿਖੀ ਹੋਈ ਹੈ ਜਦੋਂ ਇਹ ਰਜਿਸਟਰਡ ਹੋਈ ਹੈ। 1 ਮਹੀਨੇ ਦੇ ਵਿੱਚ ਸਰ ਕੀ ਹੋਣਾ ਚਾਹੀਦਾ ਸੀਗਾ ਤੇ ਕਿਉਂ ਨਹੀਂ ਹੋ ਸਕਿਆ ਜੀ? ਹੁਣੇ ਤਾਜ਼ਾ ਕੇਸ ਹੋਇਆ, ਭਾਰਤ ਸਰਕਾਰ ਦਾ ਜਿਹੜਾ ਗ੍ਰਹਿ ਮੰਤਰੀ ਹੈ ਮਿਸ਼ਰਾ ਜੀ, ਉਹਨਾਂ ਦੇ ਬੇਟੇ ਦਾ ਕੇਸ ਹੋਇਆ, ਜਿਹੜੀ ਉਹਨਾਂ ਨੇ ਕਿਸਾਨਾਂ ਦੇ ਉੱਤੇ ਜੋ ਉਹਨਾਂ ਨੇ ਗਲਤ ਕਾਰਵਾਈ ਕਰਕੇ ਗੱਡੀ ਚੜਾ ਕੇ ਉਹਨਾਂ ਨੂੰ 4 ਕਿਸਾਨਾਂ ਨੂੰ ਜਿਹੜਾ ਮਾਰਿਆ, ਜਾਨੋਂ ਖਤਮ ਕਰ ਦਿੱਤਾ। ਇੱਕ ਪੱਤਰਕਾਰ ਵੀ ਸੀ ਵਿੱਚ ਉਹਦੇ। ਔਰ ਸੁਪਰੀਮ ਕੋਰਟ ਨੇ ਤਾੜਨਾ ਕੀਤੀ ਹੈ ਵੀ ਤੁਸੀਂ ਕਰ ਕੀ ਰਹੇ ਹੋ। ਯੂਪੀ ਸਰਕਾਰ ਨੂੰ ਵੀ ਤੇ ਯੂਪੀ ਦੀ ਪੁਲਿਸ ਨੂੰ ਵੀ ਕੀਤੀ ਹੈ। ਤੇ ਮਿਸ਼ਰਾ ਜੀ ਦਾ ਬੇਟਾ ਜਿਹੜਾ ਹੈ ਪੇਸ਼ ਹੋ ਗਿਆ ਉਸ ਤਾੜਨਾ ਤੋਂ ਬਾਅਦ, ਪਹਿਲੋਂ ਨਹੀਂ ਪੇਸ਼ ਹੋਇਆ, ਉਹ ਤਾੜਨਾ ਤੋਂ ਬਾਅਦ ਪੇਸ਼ ਹੋਇਆ। ਜੇ ਉਹ ਪੇਸ਼ ਹੋਇਆ ਤੇ ਉਹਦੀ ਗ੍ਰਿਫਤਾਰੀ ਹੋਈ ਹੈ ਤੇ ਫਿਰ ਇਹ ਜਿਹੜੇ ਨੇ ਮਿਸ਼ਰਾ ਜੀ ਤੋਂ ਅੱਗੇ ਨੇ। ਭਾਰਤ ਸਰਕਾਰ ਦਾ ਜਿਹੜਾ ਮੰਤਰੀ ਹੈ ਉਹਦੇ ਤੋਂ ਇਹ ਅੱਗੇ ਨੇ। ਇਹ ਲੋਕ, ਇਹਨਾਂ ਦੇ ਉੱਤੇ ਕਿਉਂ ਫੇਵਰ ਕੀਤੀ ਜਾ ਰਹੀ ਹੈ? ਕਿਸ ਹਿਸਾਬ ਨਾਲ ਕੀਤੀ ਜਾ ਰਹੀ ਹੈ? ਅਜੇ ਤੱਕ ਇਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ? ਇੰਟੈਰੋਗੇਸ਼ਨ ਕਿਉਂ ਨਹੀਂ ਹੋਈ? ਪੁੱਛਗਿੱਛ ਕਿਉਂ ਨਹੀਂ ਹੋਈ? ਇਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਉਹਦੇ ਵਿੱਚ ਪਾਰਟੀਸਪੇਟ ਕੀਤਾ ਜਾਂ ਨਹੀਂ ਕੀਤਾ? ਉਹਦੇ ਕੀ ਸਿੱਟੇ ਜਾਂ ਨਿਸ਼ਕਰਸ਼ ਨਿਕਲੇ ਨੇ? ਉਹਦਾ ਅਜੇ ਤੱਕ ਕਿਸੇ ਨੂੰ ਵੀ ਕੋਈ ਸੁਰਾਗ ਨਹੀਂ। ਜੇ ਉਹ ਸੁਰਾਗ ਨਹੀਂ ਮਿਲਿਆ ਤੇ ਇਸ ਦਾ ਮਤਲਬ ਇਹ ਹੈ ਬਈ ਕੋਰਟ ਵਿੱਚ ਉਹ ਨਹੀਂ ਗਏ, ਐਂਟੀਸਪੇਟਰੀ ਬੇਲ ਉਹਨਾਂ ਨੇ ਨਹੀਂ ਲਈ, ਹਾਂਜੀ। ਔਰ ਹੋਰ ਤਾਂ ਹੋਰ, ਜੇ ਐਂਟੀਸਪੇਟਰੀ ਬੇਲ ਨਹੀਂ ਲਈ ਤੇ ਇਸ ਦਾ ਮਤਲਬ ਇਹ ਹੈ ਪੁਲਿਸ ਵਾਲਿਆਂ ਨੇ ਕਿਹਾ ਹੋਣਾ 50,000 ਲੱਖ ਸਾਨੂੰ ਦੇ ਜਾਓ ਤੇ ਤੁਹਾਨੂੰ ਕੋਰਟ 'ਚ ਜਾਣ ਦੀ ਜ਼ਰੂਰਤ ਨਹੀਂ, ਵਕੀਲ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਐਂਟੀਸਪੇਟਰੀ ਬੇਲ ਇਸ ਲਈ ਲੈਣੀ ਹੈ ਨਾ, ਪੁਲਿਸ ਗ੍ਰਿਫਤਾਰ ਨਾ ਕਰੇ ਤੇ ਅਸੀਂ ਗ੍ਰਿਫਤਾਰ ਹੀ ਨਹੀਂ ਕਰਦੇ ਤੁਹਾਨੂੰ। ਇਹ ਸਿੱਟਾ ਇੱਧਰ ਨੂੰ ਵੀ ਜਾਂਦਾ। ਤੇ ਇੱਥੇ ਜਿਹੜੇ ਕਾਨੂੰਨ ਦੇ ਮਾਹਰ ਨੇ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਕੀਤੀ ਹੈ, ਹੈ ਨਾ, ਉਹਨਾਂ ਦੇ ਨਾਲ ਚੱਲ ਰਹੇ ਨੇ। ਜੇ ਆਪਾਂ ਇਹ ਗੱਲ ਕਰੀਏ ਕਾਨੂੰਨ ਮਾਹਿਰ, ਇੱਕ ਸਰਕਾਰੀ ਵਕੀਲ ਵੀ ਹੁੰਦਾ ਜੀ ਉੱਥੇ, ਹੈ ਨਾ। ਜੇ ਕਤਲ ਦਾ ਕੇਸ ਹੁੰਦਾ ਹੈ ਜਾਂ ਕ੍ਰਿਮੀਨਲ ਦਾ ਹੁੰਦਾ ਤੇ ਸਰਕਾਰੀ ਵਕੀਲ ਵੀ ਹੁੰਦਾ।
ਉਹਨਾਂ ਦੇ ਵੱਲੋਂ ਪੈਰਵਾਈ ਕੀਤੀ ਜਾਣੀ ਚਾਹੀਦੀ ਸੀ ਜੀ। ਸਰਕਾਰ ਦੀ ਜਿਹੜੀ ਮਸ਼ੀਨਰੀ ਹੈ, ਕਾਨੂੰਨੀ ਮਸ਼ੀਰ ਹੁੰਦਾ ਜਿਹੜਾ, ਜੀ ਉਸਨੇ ਦੇਖਣਾ। ਜੀ ਯੂਪੀ ਦੇ ਵਿੱਚ ਕਾਨੂੰਨ ਮੰਤਰੀ ਹੈ, ਉਹਨੇ ਵੇਖਣਾ ਵੀ ਅਜੇ ਤੱਕ ਇਹ ਜਿਹੜਾ ਹੈ ਇਹਦਾ ਕੋਈ ਰਸਤਾ ਕਿਉਂ ਨਹੀਂ, ਚਾਲ ਕਿਉਂ ਨਹੀਂ ਨਿਕਲੀ, ਔਰ ਕਿਸ ਗਤੀ ਤੇ ਇਹ ਚੱਲ ਰਿਹਾ ਕੇਸ, ਔਰ ਕੀ ਮਿਲੀ ਭੁਗਤ ਜਾਂ ਮਿਲੀ ਧਾਂਦਲੀ ਹੋ ਰਹੀ ਹੈ ਇਹਦੇ ਵਿੱਚ। ਉਹਨਾਂ ਨੇ ਕੋਈ ਯਤਨ ਹੀਲਾ ਵਸੀਲਾ ਨਹੀਂ ਕੀਤਾ, ਕਿਉਂਕਿ ਯੂਪੀ ਦੇ ਵਿੱਚ ਯੋਗੀ ਸਰਕਾਰ ਬਾਰ-ਬਾਰ ਕਹਿੰਦੀ ਹੈ ਵੀ ਕ੍ਰਾਈਮ ਖਤਮ ਹੋ ਗਿਆ ਹੈ। ਇੱਕ ਚੰਗੀ ਗੱਲ ਹੈ, ਉਹ ਢੰਡੋਰਾ ਪਿੱਟਦੇ ਨੇ, ਪਰ ਇਹ ਢੰਡੋਰੇ ਦਾ ਜਿਹੜਾ ਅਸਰ ਹੈ ਉਹ ਕਿੱਥੋਂ ਤੱਕ ਹੈ, ਇਹੋ ਜਿਹੇ ਕੇਸਾਂ ਤੋਂ ਦੇਖਣ ਨੂੰ ਮਿਲਦਾ। ਜਿਹੜੇ ਤੁਸੀਂ ਚੁੱਕਦੇ ਹੋ, ਸੋਸ਼ਲ ਮੀਡੀਆ ਚੁੱਕਦਾ ਹੈ, ਆਮ ਲੋਕਾਂ ਤੱਕ ਇਹ ਜਿਹੜਾ ਦੂਜਾ ਮੀਡੀਆ ਹੈ ਉਹਦੇ ਰਾਹੀਂ ਨਹੀਂ ਇਹ ਗੱਲਾਂ ਜਾਂਦੀਆਂ। ਔਰ ਲੋਕ ਵਿਚਾਰੇ, ਅਸੀਂ ਭਾਰਤ ਦੇ ਲੋਕ, ਵੀ ਦੀ ਪੀਪਲ ਆਫ ਇੰਡੀਆ ਅੰਡਰ ਕੌਨਸਟੀਟਿਊਸ਼ਨ ਆਫ ਇੰਡੀਆ, ਅਸੀਂ ਹਨੇਰੇ ਵਿੱਚ ਰਹਿ ਜਾਂਦੇ ਹਾਂ। ਅਸੀਂ ਇਹ ਸੋਚਦੇ ਹਾਂ ਸਾਡੇ ਭੋਲੇ ਭਾਲੇਪਨ ਨਾਲ ਅੱਜ ਖਿਲਵਾੜ ਨਹੀਂ ਹੋਏਗਾ, ਲੇਕਿਨ ਸਾਨੂੰ ਪਤਾ ਉਦੋਂ ਲੱਗਦਾ ਹੈ ਹਰ ਵੇਲੇ ਖਿਲਵਾੜ ਹੁੰਦਾ ਹੈ, ਹਰ ਵੇਲੇ ਖਿਲਵਾੜ ਹੁੰਦਾ ਹੈ, ਔਰ ਹੁੰਦਾ ਆ ਰਿਹਾ ਅੱਜ ਤੱਕ। ਖਿਲਵਾੜ ਦਰ ਖਿਲਵਾੜ, ਇਹ ਉਸੇ ਤਰ੍ਹਾਂ ਦਾ ਖਿਲਵਾੜ ਹੁੰਦਾ ਹੈ। ਪੰਡਾ ਭੰਡਾਰੀਆ ਕਿਤਨਾ ਗੁਪਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਤੁਹਾਡੀ ਗੱਲ ਨਾਲ ਮੈਂ ਐਗਰੀ ਹਾਂ ਜੀ। ਹੁਣ ਜਰਾ ਇਹ ਐਫ ਆਈ ਆਰ ਨੂੰ ਥੋੜਾ ਜਿਹਾ ਤੁਸੀਂ ਖੰਗਾਲ ਕੇ ਸਾਨੂੰ ਦੱਸੋਗੇ, ਇਹ ਐਫ ਆਈ ਆਰ ਦੇ ਵਿੱਚ ਕੀ ਕੀ ਲਿਖਿਆ ਤੇ ਕਿੰਨੇ ਅਕਿਊਜ਼ਡ ਨੇ, ਕਿਉਂਕਿ ਤੁਸੀਂ ਕਾਨੂੰਨੀ ਮਾਹਰ ਹੋ ਹਨਾ। ਅਸੀਂ ਇੱਕ ਸੋਸ਼ਲ ਮੀਡੀਆ ਜਾਂ ਪੱਤਰਕਾਰ ਕਹਿ ਲਈਏ, ਅਸੀਂ ਇੰਨੇ ਕਾਨੂੰਨੀ ਮਾਹਰ ਨਹੀਂ ਹੁੰਦੇ ਹੈਗੇ ਜਿੰਨੇ ਤੁਸੀਂ ਹੋ ਸਰ। ਤੁਹਾਡੀ ਇੱਕ ਪ੍ਰੋਪਰ ਨਾਮ ਹੈ ਭੱਟੀ ਸਾਹਿਬ ਦਾ। ਜਰਾ ਸਾਨੂੰ ਇਹ ਐਕਸਪਲੇਨ ਕਰ ਦਿਓ ਵੀ ਇਹ ਜਿਹੜੀ ਐਫ ਆਈ ਆਰ ਹੈ ਇਹਦੇ ਵਿੱਚ ਕੀ ਕੀ ਹੈ ਤੇ ਕੀ ਕੀ ਉਹਨਾਂ ਨੇ ਧਾਰਾਵਾਂ ਲਾਈਆਂ ਨੇ ਜੀ। ਦੇਖੋ, ਇਹ ਕਤਲ ਕੇਸ ਦਾ ਮੁਕੱਦਮਾ 302 ਦੇ ਵਿੱਚ ਇਹ ਜਿਹੜਾ ਐਫ ਆਈ ਆਰ ਹੋਇਆ, ਨਾਲ 34 ਹੈ। 34 ਦਾ ਮਤਲਬ ਇਹ ਹੈ ਕਾਮਨ ਇੰਟੈਂਸ਼ਨ, ਜਿਹਨੂੰ ਇਹ ਕਿਹਾ ਜਾ ਸਕਦਾ ਹੈ ਵੀ ਸਾਰਿਆਂ ਨੇ ਇੱਕ ਸਾਂਝ ਕਰਕੇ, ਇੱਕ ਮਿਲੀ ਭੁਗਤ ਕਰਕੇ ਸਾਰਿਆਂ ਨੇ ਇਸ ਚੀਜ਼ ਨੂੰ, ਇਸ ਕਤਲ ਨੂੰ ਅੰਜਾਮ ਦਿੱਤਾ। ਇਹ ਦੋ ਧਾਰਾ ਲੱਗੀਆਂ, ਔਰ ਇਹਦੇ ਵਿੱਚ ਜਿਹੜੀ ਹੈ ਉਮਰ ਕੈਦ ਵੀ ਹੈ ਤੇ ਡੈਥ ਸੈਂਟੈਂਸ ਵੀ ਹੈ। ਔਰ ਜੇ ਇਹ ਇੰਨਾ ਹੀਨੀਅਸ ਕ੍ਰਾਈਮ ਹੈ, ਔਰ ਅਜੇ ਤੱਕ ਯੂਪੀ ਪੁਲਿਸ ਦਾ ਜਿਹੜਾ ਜਿੰਨਾ ਵੀ ਮਸ਼ੀਨਰੀ ਹੈ ਉਹ ਸਾਰੀ ਇਹਦੇ ਉੱਤੇ ਸੁੱਤੀ ਹੋਈ ਹੈ। ਅਜੇ ਤੱਕ 4 ਵਿਅਕਤੀਆਂ ਦੇ ਨਾਂ ਜਿਹੜੇ ਨੇ ਉਹ ਇਹਦੇ ਵਿੱਚ ਦਰਜ ਨੇ ਇਸ ਐਫ ਆਈ ਆਰ ਦੇ ਵਿੱਚ, ਜਿਹੜੀ ਤੁਸੀਂ ਮੈਨੂੰ ਦਿਖਾਈ ਹੈ। ਔਰ ਇਹ 4ਾਂ ਦੀ ਤਫਤੀਸ਼ ਹੋਈ, ਕੋਈ ਉਹਨਾਂ ਦੀਆਂ ਸਟੇਟਮੈਂਟਾਂ ਹੋਈਆਂ ਜਾਂ ਕੀ ਹੋਇਆ ਕੀ ਨਹੀਂ ਹੋਇਆ, ਕਿਉਂ ਉਹਨਾਂ ਦਾ ਰਿਮਾਂਡ ਲਿਆ ਗਿਆ ਜਾਂ ਨਹੀਂ ਲਿਆ ਗਿਆ, ਕੀ ਕਾਰਨ ਨੇ, ਇਹ ਜਿਹੜੇ ਯੂਪੀ ਸਰਕਾਰ ਦੇ ਡੀਜੀਪੀ ਸਾਹਿਬ ਦੱਸਣਗੇ। ਪਰ ਡੀਜੀਪੀ ਸਾਹਿਬ ਤਾਂ ਆਪ ਹੀ ਉਲਝੇ ਫਿਰਦੇ ਨੇ ਇਸ ਵੇਲੇ। ਜਿਹੜੀ ਯੂਪੀ ਸਰਕਾਰ ਹੈ, ਯੂਪੀ ਦੀ ਪੁਲਿਸ ਜਿਹੜੀ ਹੈ, ਉਹਦਾ ਜਿੰਨਾ ਵੀ ਇਹ ਕਿਹਾ ਜਾਏ ਬਈ ਸਰਕਾਰ ਨੂੰ ਕੋਰਟ ਦੇ ਵਿੱਚੋਂ ਵੀ ਖਿਚਾਈ ਹੋ ਰਹੀ ਹੈ, ਉਹਨਾਂ ਦੀ ਪੁਲਿਸ ਦੀ ਵੀ ਖਿਚਾਈ ਹੋ ਰਹੀ ਹੈ, ਤੇ ਇਹ ਕੋਈ ਗਲਤ ਗੱਲ ਨਹੀਂ। ਮਿਸ਼ਰਾ ਸਾਹਿਬ ਦਾ ਜਿਹੜਾ ਕੇਸ ਹੈ ਮੈਂ ਹੁਣੇ ਜ਼ਿਕਰ ਕੀਤਾ, ਉਹ ਤੁਹਾਡੇ ਸਾਹਮਣੇ ਹੈ। ਇੱਕ ਗੱਲ ਹੋਰ ਤੁਸੀਂ ਦੇਖ ਲਓ, ਜਦੋਂ ਵੀ ਕੋਈ ਗੱਲ ਚੱਲਦੀ ਹੈ, ਸੁਪਰੀਮ ਕੋਰਟ ਨੇ, ਤੁਹਾਨੂੰ ਯਾਦ ਹੋਏਗਾ ਤਰਨ ਤਾਰਨ ਦਾ ਇੱਕ ਕੇਸ ਸੀਗਾ ਜਿਹਦੇ ਵਿੱਚ ਪੁਲਿਸ ਵਾਲੇ ਨੇ ਲੜਕੀ ਨਾਲ ਜਿਹੜੀ ਹੈ ਦੁਰਵਿਹਾਰ ਕੀਤਾ ਸੀ। ਉਹਦੀ ਵੀਡੀਓ ਜਿਹੜੀ ਸੀ ਜਾਰੀ ਹੋ ਗਈ ਸੀ। ਉਸ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਨੇ ਸੰਗਿਆਨ ਲਿਆ ਸੀ ਕਿ ਸਾਡਾ ਜਿਹੜਾ ਸਟੇਟ ਗੌਰਮੈਂਟਾਂ ਨੇ, ਸਾਡੀ ਜਿਹੜੀ ਸਟੇਟ ਪੁਲਿਸ ਹੈ ਜਿਹੜੀ ਦੇਸ਼ ਦੇ ਕਿਸੇ ਵੀ ਖਿੱਤੇ ਦੀ, ਉਹ ਇਹ ਚਾਹੁੰਦੀ ਹੈ ਵੀ ਜਿਹੜੀਆਂ ਕੋਰਟਾਂ ਨੇ ਉਹ 24 ਘੰਟੇ ਅੱਖ ਖੋਲ੍ਹ ਕੇ ਰੱਖਣ। ਜੇ ਕੱਲ੍ਹ ਨੂੰ ਮਾਨਯੋਗ ਸੁਪਰੀਮ ਕੋਰਟ ਇਸ ਤਰ੍ਹਾਂ ਦਾ ਸੰਗਿਆਨ ਲੈ ਕੇ ਇਹ ਕਵੇ ਜੇ ਕਿਸੇ ਵੀ ਕੇਸ ਵਿੱਚ ਕੁਤਾਹੀ ਹੁੰਦੀ ਹੈ ਤਾਂ ਪੁਲਿਸ ਆਫਿਸਰ ਦੇ ਉੱਤੇ ਉਹੀ ਕਾਨੂੰਨ ਲੱਗੇਗਾ ਜੋ ਯੋਗੀ ਸਰਕਾਰ ਨੇ ਲਾਇਆ। ਜਿਵੇਂ ਉਹਨਾਂ ਨੇ ਇਹ ਕਿਹਾ ਵੀ ਕੋਈ ਵੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਜਾਂਦਾ, ਉਹਦੀ ਭਰਪਾਈ ਜਿਹੜੀ ਹੈ ਕਿੱਥੋਂ ਹੋਏਗੀ, ਉਹਦੀ ਪ੍ਰਾਪਰਟੀ ਵੇਚ ਕੇ ਉਹਦੇ ਉੱਤੇ UAPA ਲਾਇਆ ਜਾਏਗਾ। ਜੇ ਇਹ ਚੀਜ਼ਾਂ ਲੱਗਣੀਆਂ ਹੈ, ਸਾਰਾ ਕੁਝ ਹੁੰਦਾ ਹੈ, ਤੇ ਫਿਰ ਇਹ ਆਟੋਮੈਟਿਕਲੀ ਜਿਹੜੀ ਯੂਪੀ ਸਰਕਾਰ ਹੈ ਇਸ ਚੀਜ਼ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਹੀ, ਕਿਉਂ ਇਹਦੇ 'ਤੇ ਸ਼ਾਂਤ ਹੈ? ਕਿ ਇਸ ਵੇਲੇ ਉੱਥੋਂ ਦਾ ਜਿਹੜਾ ਖਲਜਗਨ ਹੈ ਇਲੈਕਸ਼ਨ ਦੇ ਸੀਨਰੀਓ ਦੇ ਵਿੱਚ ਡੁੱਬ ਗਿਆ? ਕਿ ਇਹ ਕਿਸੇ ਵੀ ਪੁਲਿਸ ਦਾ ਜਿਹੜਾ ਮਹਿਕਮਾ ਹੈ ਉਹਨੂੰ ਜਾਂ ਯੂਪੀ ਸਰਕਾਰ ਦੇ ਕਿਸੇ ਵੀ ਮੰਤਰੀ ਨੂੰ ਕੋਈ ਵੇਲ ਨਹੀਂ ਸਵਾਏ ਐਡਵਰਟਾਈਜ਼ਮੈਂਟ ਦੇਣ ਦੇ, ਇੰਟਰਵਿਊਜ਼ ਦੇਣ ਦੇ। ਸਿਰਫ ਇੱਕ ਜਿਹੜੀ ਆਪਣੀ 2022 ਦੀ ਆ ਰਹੀ ਇਲੈਕਸ਼ਨ ਹੈ ਉਹਦੇ 'ਚ ਵਿਨਿੰਗ ਪੋਜੀਸ਼ਨ ਬਣਾਉਣ ਦੇ, ਬਣਾਓ, ਜਮ ਬਣਾਓ, ਪਰ ਦੇਸ਼ ਦੇ ਭੋਲੇ ਭਾਲੇ ਲੋਕਾਂ ਨਾਲ ਖਿਲਵਾੜ ਵੀ ਨਾ ਕਰੋ।
ਖਿਲਵਾੜ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ, ਕਿਉਂਕਿ ਲੋਕ ਬਹੁਤ ਭੋਲੇ ਭਾਲੇ ਨੇ ਜੀ। ਲੋਕਾਂ ਨੇ ਸਿਰਫ ਇਹ ਦੇਖਣਾ ਹੁੰਦਾ ਵੀ ਅਸੀਂ ਸੱਚਾਈ ਦੇ ਨਾਲ ਖੜੇ ਆ ਜਾਂ ਅਸੀਂ ਸੱਚਾਈ ਨੂੰ ਦੇਖਣਾ ਹੈ। ਹੁਣ ਸਰ ਇੱਕ ਚੀਜ਼ ਮੈਨੂੰ ਹੋਰ ਦੱਸੋ, ਜਦੋਂ ਅਸੀਂ ਇਹੀ ਐਫ ਆਈ ਆਰ ਨੰਬਰ ਜਿਹੜੀ ਆਨਲਾਈਨ ਕੋਰਟਸ ਦੀ ਐਪ ਹੈ ਉਹਦੇ ਵਿੱਚ ਲੱਭਿਆ, ਦੇਖਿਆ ਅਸੀਂ ਇਹ ਥਾਣੇ ਦਾ ਪਾ ਕੇ, ਸਰ ਉੱਥੇ ਸਾਨੂੰ ਕੁਝ ਵੀ ਨਹੀਂ ਮਿਲਿਆ ਜੀ। ਜ਼ਰੂਰ ਇਹ ਐਫ ਆਈ ਆਰ ਰਜਿਸਟਰਡ ਹੋਈ ਆ, ਬਟ ਉੱਥੇ ਕਦੋਂ ਆ ਜਾਂਦਾ ਹੈ ਜੀ ਜੇ ਆਪਾਂ ਕੋਈ ਕੇਸ ਦੀ ਗੱਲ ਕਰੀਏ ਜੀ? ਇਹ ਤਾਂ 302 ਦਾ। ਦੇਖੋ, ਤੁਸੀਂ ਐਪਸ ਦੀ ਗੱਲ ਕਰਦੇ ਹੋ, ਡਿਜੀਟਲ ਇੰਡੀਆ ਦੀ ਗੱਲ ਕਰਦੇ ਹੋ, ਇੱਕ ਬੜਾ ਚੰਗਾ ਰੁਝਾਨ ਹੈ ਜੇ ਇਹ ਦੇਖਿਆ ਜਾਏ, ਲੇਕਿਨ ਇਹਨੂੰ ਅਪਡੇਟ ਕਿਉਂ ਨਹੀਂ ਕੀਤਾ ਜਾਂਦਾ? ਤੁਸੀਂ ਦੇਖੋਗੇ ਕਈ ਸਾਈਟਸ ਐਸੀਆਂ, ਕਈ ਸਟੇਟ ਗਵਰਨਮੈਂਟ ਦੀਆਂ, ਜਿਹੜੀਆਂ ਪਿਛਲੇ 4-4 5-5 ਸਾਲ ਦੇ ਵਿੱਚ ਅਪਡੇਟ ਨਹੀਂ ਹੋਈਆਂ। ਕਿਉਂ ਨਹੀਂ ਹੋਈਆਂ? ਉਸ ਦਾ ਕੋਈ ਕਾਰਨ ਨਹੀਂ, ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਕੁਛ ਨਹੀਂ। ਹਰ ਬੰਦਾ ਜਿਹੜਾ ਉਹ ਇਹ ਨੌਕਰੀ ਕਰਨ ਆਉਂਦਾ ਸਰਕਾਰ ਦੀ, ਉਹ ਇਹ ਸੋਚ ਕੇ ਆਉਂਦਾ ਵੀ ਮੈਂ ਸਵੇਰੇ 9 ਵਜੇ ਘਰੋਂ ਚੱਲਿਆ, 9 ਵਜੇ ਦਫ਼ਤਰ ਲੱਗਣਾ, ਤੇ ਉਹ 9 ਵਜੇ ਘਰੋਂ ਤੁਰ ਰਿਹਾ, ਤੇ 5 ਵਜੇ ਉਹਨੂੰ ਛੁੱਟੀ ਹੋਣੀ ਹੈ, ਤੇ ਉਹ 5 ਵਜੇ ਘਰ ਬੈਠਾ ਹੁੰਦਾ ਜਾ ਕੇ, 4:30 ਘਰੋਂ ਤੁਰ ਪੈਂਦਾ ਜੀ। ਕਿਉਂਕਿ ਦਫ਼ਤਰ ਤੋਂ 4:30 ਵਜੇ ਤੁਰ ਪੈਂਦਾ, ਜੀ ਜੀ ਤੇ ਸਵੇਰੇ ਉਹ 9:30 ਪੌਣੇ 10 ਵਜੇ ਪਹੁੰਚਦਾ। ਜੀ। ਉਹ ਇਸ ਜਿਹੜੀ ਆਉਣ ਜਾਣ ਦਾ ਆਪਣਾ ਟਾਈਮ ਹੈ, ਉਹਨੂੰ ਵੀ ਸਰਕਾਰੀ ਟਾਈਮ ਦੇ ਵਿੱਚ ਪਾ ਦਿੰਦਾ। ਔਰ ਜਦੋਂ ਕੋਈ ਸਿਰ ਐਸਾ ਸੱਜਣ ਜਿਹੜਾ ਹੈ ਉਹ ਆਰ ਟੀ ਆਈ ਪਾ ਦਿੰਦਾ ਹੈ ਜੀ, ਮੈਂ ਉੱਥੇ 9 ਵਜੇ ਸੀ ਜਾਂ 9:15 ਸੀਗਾ, ਤੇ ਕੰਸਰਨਡ ਅਫਸਰ ਉੱਥੇ ਨਹੀਂ ਸੀਗਾ, ਤਾਂ ਫਿਰ ਆਰ ਟੀ ਆਈ ਦਾ ਜਿਹੜਾ ਕਾਨੂੰਨ ਹੈ ਉਹਨੂੰ ਲਿਕਵੀਡੇਟ ਕਰਨ ਲਈ ਹਰ ਹੀਲਾ ਵਸੀਲਾ ਕੀਤਾ ਜਾਂਦਾ ਹੈ। ਔਰ ਕੋਸ਼ਿਸ਼ਾਂ ਹੋ ਰਹੀਆਂ ਵੀ ਇਹ ਜਿਹੜਾ ਕਾਨੂੰਨ ਹੈ, ਇਹਦੇ ਨਾਲ ਟਰਾਂਸਪੇਰੈਂਸੀ ਜਿਹੜੀ ਆਈ ਸੀ, ਉਹ ਟਰਾਂਸਪੇਰੈਂਸੀ ਜਿਹੜੀ ਹੈ ਉਹ ਇੰਨੀ ਵੀ ਜ਼ਿਆਦਾ ਨਹੀਂ ਆਉਣੀ ਚਾਹੀਦੀ ਕਿ ਭੋਲੇ ਭਾਲੇ ਲੋਕ ਜਿਹੜੇ ਨੇ ਉਹ ਆਪਣੇ ਹੱਕ ਦਾ ਵੀ ਇਸਤੇਮਾਲ ਕਰ ਸਕਣ, ਇੱਕ ਆਵਾਜ਼ ਉਠਾ ਸਕਣ, ਪਹਿਲੀ ਗੱਲ। ਦੂਜੀ ਚੀਜ਼ ਇਹ ਹੈ, ਉਹ ਇਹ ਸੋਚਦੇ ਆ ਵੀ ਸਾਨੂੰ ਦਫ਼ਤਰ ਆਉਣ ਦੀ ਤਨਖਾਹ ਮਿਲਦੀ ਹੈ, ਤੂੰ ਆਇਆ ਸਾਡੇ ਕੋਲ, ਤੂੰ ਕੀ ਦੇਣਾ ਸਾਨੂੰ? ਕਿਉਂਕਿ ਕੰਮ ਤੇਰਾ, ਫਾਈਲ ਤੇਰੀ ਹੈ, ਤੂੰ ਦੱਸ ਤੂੰ ਕੀ ਦੇਣਾ? ਇਹ ਜਿਹੜੇ ਦੋ ਰੁਝਾਨ ਨੇ, ਇਹ ਬੜੇ ਮਾੜੇ ਨੇ, ਬੜੇ ਘਾਤਕ ਨੇ। ਇਹਦੇ ਉੱਤੇ ਕੁਛ ਨਾ ਕੁਛ ਮਾਨਯੋਗ ਸੁਪਰੀਮ ਕੋਰਟ ਨੂੰ, ਕੁਛ ਨਾ ਕੁਛ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਇਸ ਦੇ ਉੱਤੇ ਤਵੱਜੋ ਦੇਣੀ ਚਾਹੀਦੀ ਹੈ। ਕਿਉਂ? ਕਿਉਂਕਿ ਵੀ ਦੀ ਪੀਪਲ ਆਫ ਇੰਡੀਆ ਆਰ ਬੇਸਿਕਲੀ ਸਫਰਰ। ਅੱਛਾ ਸਰ, ਮੈਂ ਹੁਣ ਇਹੀ ਸਵਾਲ ਅੱਗੇ ਕਰਦਾ ਵੀ ਇਹ ਜਦੋਂ ਵੀ ਕੋਈ ਕੇਸ ਐਫ ਆਈ ਆਰ ਦਰਜ ਹੋ ਜਾਂਦੀ ਆ, ਉਹ ਐਪ ਦੇ ਵਿੱਚ ਕਦੋਂ ਅਪਡੇਟ ਹੋ ਜਾਂਦਾ ਹੈ? ਅਪਡੇਟ ਮਨ ਦਾ ਸੈਂਸ ਵੀ ਇੱਕ ਤਾਂ ਆਪਾਂ ਇਹ ਗੱਲ ਕਰ ਲਈ ਵੀ ਸਰਕਾਰੀ ਲੋਕ ਨਹੀਂ ਕੰਮ ਕਰਨ ਵਾਲੇ ਜੀ, ਸਿੱਧੀ ਜੀ ਇੱਕ ਗੱਲ ਹੈ ਹਨਾ। ਬਟ ਜਿਹੜੀ ਇਹ ਸਰਕਾਰੀ ਚੀਜ਼ ਹੈ ਹਨਾ, ਐਫ ਆਈ ਆਰ ਹੋ ਗਈ, 302 ਦਾ ਪਰਚਾ ਹੋ ਗਿਆ, ਕਿ ਉਹਦੇ ਵਿੱਚ ਅਪਡੇਟ ਨਾਲ ਦੀ ਨਾਲ ਆ ਜਾਂਦਾ ਹੈ ਜਦੋਂ ਆਪਾਂ ਰਿਮਾਂਡ ਲੈਂਦੇ ਆ ਜਾਂ ਅਕਿਊਜ਼ਡ ਹੋ ਜਾਂਦਾ? ਕਿੰਨਾ ਟਾਈਮ ਲੱਗਦਾ ਉਸ ਦੇ ਵਿੱਚ ਅਪਡੇਟ ਹੋਣ ਨੂੰ ਸਰ ਇਸ ਚੀਜ਼ ਨੂੰ? ਰਿਵਾੜੀ ਤੋਂ ਮੇਰੇ ਕੋਲ ਇੱਕ ਕੇਸ ਆਇਆ। ਹਰਿਆਣਾ ਦੇ ਵਿੱਚ ਇੱਕ ਰਿਵਾੜੀ ਸ਼ਹਿਰ ਹੈ, ਜਿੱਥੋਂ ਘੱਟੋ ਘੱਟ 250 ਪੌਣੇ 300 ਟ੍ਰੇਨਸ ਨਿਕਲ ਕੇ ਸਾਰੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਸ਼ਹਿਰਾਂ ਤੇ ਡੈਸਟੀਨੇਸ਼ਨਸ ਤੇ ਜਾਂਦੀਆਂ, ਤੇ ਉਸ ਦੀ ਅਹਿਮੀਅਤ ਨੂੰ ਜਿਹੜਾ ਤੁਸੀਂ ਇਗਨੋਰ ਨਹੀਂ ਕਰ ਸਕਦੇ। ਉੱਥੋਂ ਦੀ ਕੋਰਟ ਦਾ ਕੇਸ ਸੀ, ਤੁਹਾਨੂੰ ਮੈਂ ਉਹ ਨਾ ਹੋਰ ਕਈ ਕੋਰਟਾਂ ਦਾ ਕੇਸ ਸੀ ਜਿਹੜਾ ਮੈਂ ਦੇਖਣ ਵਿੱਚ ਮੇਰੇ ਧਿਆਨ ਵਿੱਚ ਆਏ ਮੇਰੇ ਇਸ ਵਕਾਲਤ ਦੇ ਅਰਸੇ ਦੇ ਦੌਰਾਨ, ਜਿਹਦੇ ਮੁਤਾਬਕ ਮੈਂ ਇਹ ਦੇਖਿਆ ਜੱਜ ਸਾਹਿਬ ਨੇ ਆਰਡਰ ਸੁਣਾਤਾ, ਆਰਡਰ ਅਪਲੋਡ ਨਹੀਂ ਹੋਇਆ। ਜੇ ਕੋਰਟ ਦਾ ਆਰਡਰ ਅਪਲੋਡ ਨਹੀਂ ਹੋਇਆ, ਇਹ ਤਾਂ ਫਿਰ ਪੁਲਿਸ ਥਾਣੇ ਦੀ ਗੱਲ ਹੈ ਮੇਰੇ ਵੀਰ। ਔਰ ਕੋਰਟ ਦਾ ਆਰਡਰ ਜਿਹੜਾ ਹੈ ਜਦੋਂ ਅਪਡੇਟ ਹੁੰਦਾ ਹੈ, ਉਹਦੇ ਉੱਤੇ ਡੇ ਡੇਟ ਟਾਈਮ ਆਉਂਦਾ ਹੈ। ਜੇ ਉਹ ਡੇ ਡੇਟ ਟਾਈਮ ਸਾਰਾ ਕੁਝ ਆਉਂਦੇ, ਪਰਟੀਕੂਲਰ ਆਉਂਦੇ ਹੈ, ਤੇ ਜੇ ਇਹਦੇ ਤੇ ਆਏ ਨੇ ਤੇ ਬਹੁਤ ਅੱਛੀ ਗੱਲ ਹੈ, ਜੇ ਨਹੀਂ ਆਏ ਤੇ ਇੱਥੋਂ ਪਤਾ ਲੱਗ ਸਕਦਾ ਕੋਤਾਹੀ ਕਿੱਥੇ ਹੋਈ ਹੈ, ਉਸ ਕੋਤਾਹੀ ਨੂੰ ਦੂਰ ਕਰਨਾ ਚਾਹੀਦਾ। ਸਹੀ ਗੱਲ ਹੈ ਜੀ ਤੁਹਾਡੀ। ਅੱਛਾ ਸਰ, ਹੁਣ ਇਸ ਕੇਸ ਦੇ ਅਪਡੇਟ ਦੀ ਮੈਂ ਗੱਲ ਕਰਦਾ। ਇਸ ਕੇਸ ਦਾ ਜਿਹੜਾ 302 ਦਾ ਪਰਚਾ ਹੈ ਜੀ, ਇਹਦਾ ਸਰ ਕੀ ਹੱਲ ਹੋ ਸਕਦਾ ਜੇ ਆਪਾਂ ਜਿਹੜੇ ਪਾਪੀ ਨੇ ਜਾਂ ਜਿਨ੍ਹਾਂ ਨੇ ਕਤਲ ਕਰਿਆ, ਜਿਹੜੇ 4 ਨਾਮ ਇਹਦੇ ਵਿੱਚ ਹੈ ਨੇ, ਉਹਨਾਂ ਨੂੰ ਸਜ਼ਾ ਕਿਸ ਤਰੀਕੇ ਨਾਲ ਮਿਲ ਸਕਦੀ ਹੈ? ਇਹ ਵੀ ਸੁਣਨ 'ਚ ਆਇਆ ਡਾਇਰੈਕਟਲੀ ਇਨਡਾਇਰੈਕਟਲੀ ਵੀ ਪੁਲਿਸ ਨੇ ਪੈਸੇ ਖਾਧੇ ਨੇ ਸਿੱਧੇ ਪੱਧਰ ਤੇ ਜੀ। ਬਟ ਅਗਰ ਦੋਸ਼ੀਆਂ ਨੂੰ ਸਜ਼ਾ ਦੇਣੀ ਹੋਵੇ ਜੀ ਤਾਂ ਕਿਵੇਂ ਮਿਲ ਸਕਦੀ ਹੈ? ਦੇਖੋ, ਇਸ ਦੀ ਪੈਰਵੀ ਜਿਹੜੀ ਹੈ, ਮੈਂ ਇੱਕ ਵਾਰੀ ਮੈਨੂੰ ਯਾਦ ਹੈ ਮੇਰੇ ਕੋਲ ਜੀਂਦ ਤੋਂ ਕੇਸ ਆਇਆ। ਅਨਪੜ੍ਹ ਕਲਾਇੰਟ ਸੀਗੇ ਮੇਰੇ, ਅੰਗੂਠਾ ਲਾਉਂਦੇ ਸੀਗੇ,
ਲੇਕਿਨ ਉਹਨਾਂ ਨੂੰ ਆਪਣੇ ਹਰ ਕਾਗਜ਼ ਦੀ ਪਹਿਚਾਣ ਸੀ ਵੀ ਇਹ FIR ਹੈ, ਇਹ ਸਾਡੀ ਐਪਲੀਕੇਸ਼ਨ ਹੈ, ਇਹ ਸਾਡੀ ਉਦੋਂ ਦਿੱਤੀ ਸੀ ਉਹਨਾਂ ਨੂੰ, ਔਰ ਉਹ ਟੈਲੀ ਕਰਦੇ ਸੀ ਇੱਧਰ ਤੇ ਇੱਧਰ ਰੱਖ ਕੇ ਵੀ ਆਹ ਕਾਗਜ਼ ਗਿਆ ਵਕੀਲ ਸਾਹਿਬ ਨੂੰ, ਆਹ ਨਹੀਂ ਗਿਆ। ਉਹਨਾਂ ਦੀ ਇੰਨੀ ਸੂਝ ਸੀ, ਉਸੇ ਤਰ੍ਹਾਂ ਸੂਝ ਸੀਗੀ ਉਹਨਾਂ ਦੀ ਜਿਵੇਂ ਇੱਕ ਸੂਰਮੇ ਸਿੰਘ ਦੀ ਸੂਝ ਹੁੰਦੀ ਹੈ। ਉਹ ਸੂਰਮਾ ਸਿੰਘ ਜਿਹੜਾ ਹੁੰਦਾ ਨਾ, ਉਹ ਭਾਵੇਂ ਦੇਖ ਨਹੀਂ ਸਕਦਾ ਦੁਨੀਆ ਨੂੰ, ਲੇਕਿਨ ਉਹਦੀ ਜਿਹੜੀ ਸੂਝ ਹੁੰਦੀ ਹੈ ਉਹ ਬਿਲਕੁਲ ਠੀਕ ਹੁੰਦੀ ਹੈ। ਉਹ ਕਹਿੰਦਾ ਜੀ ਇਹ 3 ਨੰਬਰ ਪੇਜ ਜਿਹੜਾ ਨਾ, ਇਹਦੇ ਉੱਤੇ ਇਹ ਲਿਖਿਆ ਹੋਇਆ। ਇਸੇ ਤਰ੍ਹਾਂ ਦੀ ਸੂਝ ਉਹਨਾਂ ਦੀ ਸੀ। ਹਰ ਵਿਅਕਤੀ ਨੂੰ ਜਿਹਦੇ ਨਾਲ ਮੈਂ ਇਹ ਕਹਿੰਦਾ ਜਾਤੀ ਹੋਈ ਹੈ, ਕਿਸੇ ਤਰ੍ਹਾਂ ਦੀ ਵੀ ਹੋਈ ਹੈ, ਉਸ ਨੂੰ ਆਪਣੀ ਸੂਝ-ਬੂਝ ਦੇ ਨਾਲ ਕੰਮ ਕਰਕੇ ਨਤੀਜੇ 'ਤੇ ਲਿਜਾਣਾ ਚਾਹੀਦਾ ਉਹਨੂੰ। ਔਰ ਜੇ ਸਿਸਟਮ ਉਹਦੇ ਨਾਲ ਖਿਲਵਾੜ ਕਰ ਰਿਹਾ, ਉਸ ਸਿਸਟਮ ਦੇ ਨਾਲ ਵੀ ਲੜਨਾ ਜਿਹੜਾ ਤੁਹਾਡਾ ਫਰਜ਼ ਹੈ। ਲੜਾਈਆਂ ਦੋ ਸ਼ੁਰੂ ਹੋ ਜਾਂਦੀਆਂ, ਇੱਕ ਆਪਣੇ ਨਿਆਂ ਦੀ ਅਤੇ ਇੱਕ ਸਿਸਟਮ ਵਿੱਚ ਜਿਹੜੇ ਕੰਮ ਨਹੀਂ ਕਰ ਰਹੇ ਉਹਨਾਂ ਨਾਲ। ਇਹ ਦੋ ਫਰੰਟ ਜਦੋਂ ਸ਼ੁਰੂ ਹੋ ਜਾਂਦੇ ਨੇ, ਲੋਕ ਖੋਲ੍ਹਣਾ ਨਹੀਂ ਚਾਹੁੰਦੇ। ਇਸੇ ਵਜ੍ਹਾ ਕਰਕੇ ਜਿਹੜਾ ਭਾਰਤ ਦਾ ਜਿਹੜਾ ਕਾਨੂੰਨ ਹੈ, ਉਹਦੇ ਉੱਤੇ ਅੱਖ ਦੇ ਉੱਤੇ ਪੱਟੀ ਬੰਨੀ ਹੋਈ ਹੈ ਵੀ ਅੰਨ ਹੈ। ਜੇ ਭਾਰਤ ਦਾ ਕਾਨੂੰਨ ਅੰਨ ਹੈ ਤੇ ਫਿਰ ਬਾਕੀ ਦੇਸ਼ ਜਿਹੜੇ ਨੇ ਇੰਨੀ ਦੁਨੀਆ ਦੇ, ਜਿਹੜੇ ਕਾਮਨਵੈਲਥ ਕੰਟਰੀਜ਼ ਨੇ, ਜਿਨ੍ਹਾਂ ਉੱਤੇ ਬ੍ਰਿਟਿਸ਼ ਗੌਰਮੈਂਟ ਨੇ ਮਹਾਰਾਣੀ ਜਿਹੜੀ ਸੀ ਬ੍ਰਿਟਨ ਦੀ, ਉਹਨੇ ਰਾਜ ਕੀਤਾ, ਉਹਨਾਂ ਦਾ ਕਾਨੂੰਨ ਕਿਉਂ ਨਹੀਂ ਅੰਨਾ? ਇਹ ਇੱਕ ਸਵਾਲ ਹੈ ਤੁਹਾਡੇ ਲਈ ਵੀ, ਮੇਰੇ ਲਈ ਵੀ। ਔਰ ਜੇ ਇੱਕ ਛੋਟਾ ਜੱਜ ਪ੍ਰੈਜ਼ੀਡੈਂਟ ਟਰੰਪ ਨੂੰ, USA ਦਾ ਜਿਹੜਾ ਪਾਵਰਫੁਲ ਹੈ ਵਰਲਡ ਵਿੱਚ, ਜਾਂ ਪ੍ਰੈਜ਼ੀਡੈਂਟ ਬਾਈਡਨ ਹੈ, ਉਹਨੂੰ ਨੋਟਿਸ ਕਰ ਸਕਦਾ, ਉਹਨੂੰ ਪੁੱਛ ਸਕਦਾ, ਅਤੇ ਸਾਡੀ ਮਾਨਯੋਗ ਸੁਪਰੀਮ ਕੋਰਟ ਜਿਹੜੀ ਹੈ, ਉਸ ਬਾਰੇ ਜੇ ਦੇਖਿਆ ਜਾਏ ਤਾਂ ਉਹ ਜਿਹੜੀ ਹੈ ਠੰਡੇ ਬਸਤੇ ਕੰਮ ਪਾ ਦਿੰਦੀ ਹੈ। ਮਾਫ਼ ਕਰਨਾ, ਮੈਂ ਇੰਨੀ ਗੱਲ ਕਹਿ ਰਿਹਾ, ਵਕੀਲ ਦੀ ਹਸੀਅਤ ਵਿੱਚ ਕਹਿ ਰਿਹਾ। ਪਿੱਛੇ ਜੋ ਕੰਮ ਹੋਏ ਨੇ ਉਹਨਾਂ ਦੇ ਵਿੱਚ ਦੇਖਿਆ ਜਾ ਸਕਦਾ। ਰਾਫੇਲ ਦਾ ਕਾਂਡ ਹੋਇਆ, ਜਾਂ ਕਿਸ ਤਰ੍ਹਾਂ ਡੀਲ ਕੀਤਾ ਉਹਨਾਂ ਨੇ, ਇਸ ਤਰ੍ਹਾਂ ਦੇ ਕਈ ਹੋਰ ਹੋਏ ਕਾਂਡ। ਦੇਖੋ, ਜੇ ਕੋਈ ਸਾਡਾ ਪ੍ਰਧਾਨ ਮੰਤਰੀ ਹੈ ਜਾਂ ਕੋਈ ਪ੍ਰੈਜ਼ੀਡੈਂਟ ਹੈ ਜਾਂ ਕੁਛ ਹੈ, ਜੇ ਉਹ ਸਿਟੀਜ਼ਨ ਆਫ ਇੰਡੀਆ ਨੇ ਤੇ ਕਾਨੂੰਨ ਦੇ ਦਾਇਰੇ ਕੌਨਸਟੀਟਿਊਸ਼ਨ ਵਿੱਚ ਆਉਂਦੇ ਨੇ, ਰਾਈਟ ਟੂ ਇਕੁਐਲਿਟੀ ਹੈ ਉਹਨਾਂ ਲਈ, ਤੇ ਬਰਾਬਰਤਾ ਦਾ ਅਧਿਕਾਰ ਉਹਨਾਂ ਲਈ ਹੈ। ਬਰਾਬਰਤਾ ਦਾ ਅਧਿਕਾਰ ਇਸ ਲਈ ਨਹੀਂ ਵੀ ਉਹਨਾਂ ਨੂੰ ਤਨਖਾਹ ਇੰਨੀ ਮਿਲਣੀ ਹੈ ਤੇ ਸਾਨੂੰ ਇੰਨੀ ਨਹੀਂ ਮਿਲਣੀ, ਫਿਰ ਬਰਾਬਰਤਾ ਕਿੱਥੇ ਰਹਿ ਗਈ? ਇਹ ਬਰਾਬਰਤਾ ਨਹੀਂ, ਇਹ ਬਾਰਬਰਤਾ ਹੋ ਗਈ, ਇਹ ਬਾਰਬਰਪੁਣਾ ਹੋ ਗਿਆ। ਇਹ ਬਾਰਬਰਪੁਣਾ ਨਹੀਂ ਹੋਣਾ ਚਾਹੀਦਾ। ਭਾਰਤ ਸੋਨੇ ਦੀ ਚਿੜੀਆ ਹੈ, ਸੀ, ਰਹੇਗੀ ਵੀ। ਔਰ ਇਸ ਨੂੰ ਸੋਨੇ ਦੀ ਚਿੜੀਆ ਜਿਹੜੀ ਹੈ, ਲੁੱਟਣ ਵਾਲਿਆਂ ਦੀ, ਪਹਿਲੇ ਵਿਦੇਸ਼ਾਂ ਤੋਂ ਆਉਂਦੇ ਸੀ ਲੁੱਟਣ ਵਾਲੇ, ਹੁਣ ਇੱਥੇ ਹੀ ਬੈਠੇ ਨੇ ਲੁੱਟਣ ਵਾਲੇ, ਲੇਕਿਨ ਲੁੱਟਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ। ਸੋਨੇ ਦੀ ਚਿੜੀਆ ਦੇ ਸੋਨੇ ਵਿੱਚ ਵੀ ਕੋਈ ਕਮੀ ਨਹੀਂ ਆਈ। ਸਰ, ਜਿਹੜਾ 302 ਦੀ ਧਾਰਾ ਹੈ, ਇਹਦੇ ਵਿੱਚ ਫਾਂਸੀ ਦੀ ਸਜ਼ਾ ਹੁੰਦੀ ਹੈ, ਜਦ ਕਿ ਆਪਣੇ ਭਾਰਤ ਸਰਕਾਰ ਨੇ ਫਾਂਸੀ ਦੀ ਸਜ਼ਾ ਬੰਦ ਕਰਤੀ ਹੈ। ਜੇ ਐਕਿਊਜ਼ਡ ਮਿਲ ਜਾਂਦੇ ਨੇ, ਪੁਲਿਸ ਚੱਕ ਲੈਂਦੀ ਹੈ, ਹੈ ਨਾ, ਅਤੇ ਉਹਨਾਂ ਨੂੰ ਕੀ ਸਜ਼ਾ ਮਿਲ ਸਕਦੀ ਹੈ ਜੀ? ਦੇਖੋ, ਪਹਿਲੀ ਚੀਜ਼ ਤੁਹਾਨੂੰ ਮੈਂ ਇੱਕ ਗੱਲ ਦੱਸ ਦਿਆਂ, ਫਾਂਸੀ ਦੀ ਸਜ਼ਾ ਅੱਜ ਵੀ ਹੈ, ਅੱਜ ਵੀ ਚੱਲ ਰਹੀ ਹੈ। ਲੇਕਿਨ ਮਾਨਯੋਗ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਫਾਂਸੀ ਦੀ ਸਜ਼ਾ ਰੇਅਰ ਆਫ ਦੀ ਰੇਅਰੈਸਟ ਕੇਸਿਸ ਵਿੱਚ ਮਿਲਣੀ ਚਾਹੀਦੀ। ਉਹ ਪਹਿਲਾਂ ਵੀ ਕਹਿੰਦੇ ਸਨ, ਹੁਣ ਵੀ ਕਹਿੰਦੇ ਨੇ। ਜੇ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਇਹ ਖ਼ਤਮ ਕਰ ਦਿੱਤੀ ਹੈ ਭਾਰਤ ਸਰਕਾਰ ਨੇ, ਤੇ ਫਿਰ ਇੰਡੀਅਨ ਪੀਨਲ ਕੋਡ ਦੇ ਵਿੱਚ ਕਈ ਓਫੈਂਸ ਐਸੇ ਨੇ, ਜਿਵੇਂ 302 ਦਾ ਓਫੈਂਸ ਹੈ, ਉਹਦੇ ਵਿੱਚ ਜਿਹੜੀ ਹੈ ਉਸ ਦਾ ਵੀ ਅਮੈਂਡਮੈਂਟ ਹੋਣਾ ਜ਼ਰੂਰੀ ਸੀ। ਜੇ ਅਮੈਂਡਮੈਂਟ ਨਹੀਂ ਹੋਇਆ, ਇਸ ਦਾ ਮਤਲਬ ਇਹ ਹੈ ਕਿ ਇਹ ਇੱਕ ਗੱਲ ਜਿਹੜੀ ਹੈ ਕਿੱਥੇ ਹੈ। ਇਸ ਚੀਜ਼ ਨੂੰ ਮੈਂ ਨਹੀਂ ਕਹਿੰਦਾ, ਤੁਸੀਂ ਆਪ ਦੇਖ ਲਓ। ਸਰ, ਫਿਰ ਇਹਦੇ ਵਿੱਚ ਦੋਸ਼ੀਆਂ ਨੂੰ ਕਿਹੜੀ ਕਿਹੜੀ ਸਜ਼ਾ ਮਿਲ ਸਕਦੀ ਹੈ ਜੀ? ਡੈਥ ਸੈਂਟੈਂਸ ਮੈਕਸੀਮਮ ਹੈ, ਅਤੇ ਜਿਹੜੀ ਹੈ ਹੀਨੀਅਸਨੈਸ ਆਫ ਕ੍ਰਾਈਮ ਉਹਦੇ ਮੁਤਾਬਕ ਮਿਲਣੀ ਹੈ, ਜਾਂ ਉਮਰ ਕੈਦ 'ਤੇ ਪੱਕੀ ਹੋਈ ਹੈ ਇਹਦੇ ਵਿੱਚ। ਸਰ, ਇਹਦੇ ਵਿੱਚ ਨਾ ਜੀ 2 ਲੇਡੀਜ਼ ਨੇ ਅਤੇ 2 ਜੈਂਟਸ ਨੇ, ਜਿਨ੍ਹਾਂ ਦਾ ਨਾਮ ਐਕਿਊਜ਼ਡ 'ਚ ਬੋਲਦਾ। ਕੀ ਲੇਡੀਜ਼ ਨੂੰ ਵੀ ਸੇਮ ਸਜ਼ਾ ਮਿਲੇਗੀ ਜਿਹੜੀ ਜੈਂਟਸ ਨੂੰ ਮਿਲੇਗੀ, ਜਾਂ ਜੈਂਟਸ ਨੂੰ ਹੋਰ ਸਜ਼ਾ ਮਿਲੇਗੀ? ਬਿਲਕੁਲ ਉਹੀ ਸਜ਼ਾ ਮਿਲੇਗੀ। ਮੈਂ ਤੁਹਾਨੂੰ ਇੱਕ ਯਾਦ ਕਰਾਨਾ, ਆਪਣੀ ਅਰਲੀ ਡੇਜ਼ ਆਫ ਪ੍ਰੈਕਟਿਸ 1984-85 ਦੇ ਵਿੱਚ ਮੇਰੇ ਕੋਲ ਪਟਿਆਲੇ ਦੇ ਪਿੰਡ ਘੜਾਮ ਤੋਂ ਇੱਕ ਕੇਸ ਆ ਗਿਆ, ਮਰਡਰ ਕੇਸ, ਜਿਹਦੇ ਵਿੱਚ ਥੱਲਿਓਂ ਸਜ਼ਾ ਹੋਈ ਸੀ। ਉਹ ਮਰਡਰ ਰੈਫਰੈਂਸ ਜਿਹੜਾ ਸੀ
ਉਹ ਹਾਈ ਕੋਰਟ ਹੀ ਸੀ। ਮੈਂ ਉਹਦੀ ਪੈਰਵਾਈ ਕਰ ਰਿਹਾ ਸੀ, ਨਾਲ ਅਪੀਲ ਦੀ ਵੀ ਪੈਰਵਾਈ ਕਰ ਰਿਹਾ ਸੀ। ਜਿਹੜੇ ਮਰੇ ਸਨ ਉਹਨਾਂ ਦੇ ਪਰਿਵਾਰ ਵੱਲੋਂ, ਅਤੇ ਉਹ ਇੰਨੀ ਕੁ ਮਿਹਨਤ ਕਰਨੀ ਪਈ ਸੀ ਮੈਨੂੰ ਉਹਦੇ ਉੱਤੇ। ਮੈਨੂੰ ਇੱਕ ਗੱਲ ਅਜੇ ਵੀ ਯਾਦ ਹੈ ਕਿ ਮਾਣਯੋਗ ਹਾਈ ਕੋਰਟ ਜਿੰਨੀ ਦੇਰ ਰੈਫਰੈਂਸ, ਜਦੋਂ ਮਰਡਰ ਹੁੰਦਾ ਹੈ, ਮਰਡਰ ਦੇ ਵਿੱਚ ਰੈਫਰੈਂਸ ਹੁੰਦਾ, ਜਿੰਨੀ ਦੇਰ ਰੈਫਰੈਂਸ ਦੇ ਉੱਤੇ ਮੋਹਰ ਨਹੀਂ ਲਾਉਂਦੀ ਹਾਈ ਕੋਰਟ, ਉਨੀ ਦੇਰ ਉਹਨੂੰ ਡੈਥ ਸੈਂਟੈਂਸ ਜਿਹੜੀ ਹੈ ਉਹ ਨਹੀਂ ਮੰਨੀ ਜਾ ਸਕਦੀ। ਕਿਉਂਕਿ ਸੈਸ਼ਨ ਜੱਜ ਨੇ ਡੈਥ ਸੈਂਟੈਂਸ ਦੇ ਦਿੱਤੀ, ਉਹਦੀ ਪ੍ਰਪੋਜ਼ਲ ਹੈ, ਹਾਈ ਕੋਰਟ ਨੇ ਅੱਗੋਂ ਸਟੈਂਪ ਕਰਨਾ ਉਹਨੂੰ, ਉਹ ਮਰਡਰ ਰੈਫਰੈਂਸ ਹੁੰਦਾ। ਅਤੇ ਉਹ ਮਰਡਰ ਰੈਫਰੈਂਸ ਜਿਹੜਾ ਸੀ ਉਹ ਸਾਡਾ ਪਾਸ ਹੋ ਗਿਆ ਸੀ, ਔਰ ਉਹਨਾਂ ਨੂੰ ਡੈਥ ਸੈਂਟੈਂਸ ਹੋਈ ਸੀ। ਉਹਨਾਂ ਨੂੰ ਘੜਾਮ ਪਿੰਡ, ਮੈਨੂੰ ਅਜੇ ਵੀ ਯਾਦ ਹੈ, ਜ਼ਿਲ੍ਹਾ ਪਟਿਆਲਾ, 1984-85 ਦੀ ਗੱਲ ਮੈਂ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ। ਉਹਦੇ ਵਿੱਚ ਕੋਰਟ ਨੇ ਇਹ ਕਿਹਾ ਸੀ ਇਟ ਇਜ਼ ਏ ਹੀਨੀਅਸ ਕ੍ਰਾਈਮ। ਜਦੋਂ ਕੋਰਟ ਨੇ ਇਹ ਕਿਹਾ ਇਟ ਇਜ਼ ਏ ਹੀਨੀਅਸ ਕ੍ਰਾਈਮ, ਤਾਂ ਫਿਰ ਇਸਦਾ ਮਤਲਬ ਇਹ ਹੈ ਵੀ ਕੋਰਟ ਕਿੱਧਰ ਦਾ ਰੁਖ ਅਖਤਿਆਰ ਕਰਦੀ ਹੈ, ਕੰਪੈਸ਼ਨ ਲੈਂਦੀ ਹੈ ਜਾਂ ਨਹੀਂ ਲੈਂਦੀ। ਜ਼ੁਲਮ ਜਿਹੜਾ ਭਾਵੇਂ ਔਰਤ ਹੈ ਅਤੇ ਭਾਵੇਂ ਮਰਦ ਹੈ, ਉੱਥੇ ਵੀ ਰਾਈਟ ਟੂ ਇਕੁਐਲਿਟੀ ਚੱਲਣਾ ਹੀ ਚੱਲਣਾ। ਸਰ ਜਿਵੇਂ ਪੁਲਿਸ ਨੂੰ ਖਰੀਦਿਆ ਜਾ ਸਕਦਾ ਉਵੇਂ ਕੋਰਟ ਨੂੰ ਵੀ ਖਰੀਦਿਆ ਜਾ ਸਕਦਾ ਜੀ, ਜੇ ਬੰਦੇ ਕੋਲ ਪੈਸਾ ਹੈ। ਦੇਖੋ, ਮੈਂ ਇੱਕ ਗੱਲ ਇਹ ਨਹੀਂ ਕਹਿਣੀ ਚਾਹਾਂਗਾ, ਉਹ ਇਹ ਕਿ ਕੋਰਟਾਂ ਜਿਹੜੀਆਂ ਵਿਕਦੀਆਂ, ਕੋਰਟਾਂ ਦੇ ਵਿੱਚ ਕੇਸ ਜਦੋਂ ਪਹੁੰਚਦਾ ਉਹ ਪਹਿਲਾਂ ਹੀ ਇੰਨੇ ਹੱਥਾਂ 'ਚ ਵਿਕ ਚੁੱਕਾ ਹੁੰਦਾ ਕਿ ਕੋਰਟ ਕੋਲ ਕੋਈ ਗੁੰਜਾਇਸ਼ ਹੀ ਨਹੀਂ ਹੁੰਦੀ ਕਿ ਉਸ ਵਿਕਣ ਵਾਲੇ ਪੁਣੇ ਨੂੰ ਕਿਸ ਤਰ੍ਹਾਂ ਡਿਟਰਮਿਨ ਕਰੇ, ਕਿਹਦੀ ਜਿਹੜੀ ਸਾਖ ਹੈ ਗਿਰੀ ਹੈ, ਕਿਹਦੀ ਸਾਖ ਜਿਹੜੀ ਹੈ ਵਿਕੀ ਹੈ, ਕੋਈ ਪਤਾ ਨਹੀਂ, ਕੁਛ ਨਹੀਂ। ਲੇਕਿਨ ਹਾਂ, ਇੱਕ ਗੱਲ ਪਿੱਛੇ ਜੇ ਆਈ ਸੀਗੀ ਖਬਰਾਂ ਵਿੱਚ, ਤੁਹਾਨੂੰ ਯਾਦ ਹੋਣਾ ਕਿ ਇੱਕ ਜੁਡੀਸ਼ੀਅਲ ਆਫਿਸਰ ਨੇ, ਇੱਕ ਜਿਹੜਾ ਸਿਵਲ ਸਰਵਿਸਿਜ਼ ਦਾ ਆਫਿਸਰ ਸੀ, ਉਹਨੂੰ ਇੱਕ ਕੰਸੈਸ਼ਨ ਦਿੱਤੀ ਸੀ। ਉਸ ਤੋਂ ਬਾਅਦ ਉਹਨੂੰ ਆਪਣੀ ਨੌਕਰੀ ਤੋਂ ਵੀ ਹੱਥ ਧੋਣ ਦੇ ਲਾਲੇ ਪੈ ਗਏ ਸੀ, ਅਤੇ ਫਿਰ ਉਹਨਾਂ ਨੇ ਆਪਸ ਵਿੱਚ ਵਿਆਹ ਹੀ ਕਰ ਲਿਆ ਸੀ। ਇਹ ਤੁਹਾਡੇ ਵੀ ਧਿਆਨ ਵਿੱਚ ਹੈ, ਮੇਰੇ ਵੀ ਧਿਆਨ ਵਿੱਚ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਜੇ ਇਹ ਕੋਰਟਾਂ ਵੱਲ ਉਂਗਲ ਉੱਠਦੀ ਹੈ ਤੇ ਜ਼ਰੂਰ ਦਾਲ ਵਿੱਚ ਕੁਝ ਕਾਲਾ ਹੋਏਗਾ। ਸਰ ਇੱਕ ਬੜਾ ਜ਼ਰੂਰੀ ਸਵਾਲ ਹੈ, ਜੇ 1 ਮਹੀਨੇ ਦੇ ਵਿੱਚ ਕੋਈ ਪੈਰਵਾਈ ਨਹੀਂ ਕੀਤੀ ਗਈ ਤਾਂ ਤੁਹਾਨੂੰ ਲੱਗਦਾ ਕਿ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਪੈਰਵਾਈ ਹੋ ਸਕਦੀ ਹੈ? ਬਿਲਕੁਲ ਪੈਰਵਾਈ ਹੋ ਸਕਦੀ ਹੈ। 173 ਦਾ ਜਿਹੜਾ CRPC ਦਾ ਸੈਕਸ਼ਨ ਹੈ, ਉਹਦੇ ਵਿੱਚ ਇੰਨੇ ਪ੍ਰਾਵਧਾਨ ਨੇ, ਇਨਵੈਸਟੀਗੇਸ਼ਨ, ਫਰਦਰ ਇਨਵੈਸਟੀਗੇਸ਼ਨ, ਰੀ-ਇਨਵੈਸਟੀਗੇਸ਼ਨ, 3 ਆਉਂਦੇ ਨੇ ਉਹਦੇ ਵਿੱਚ। ਔਰ ਜਿਹੜੀ ਅਫੈਕਟਡ ਪਾਰਟੀ ਹੈ ਉਹ ਇਹਨਾਂ 3 ਹੈਡਸ ਦੇ ਥੱਲੇ ਜਾ ਕੇ ਕੁਛ ਵੀ ਜਿਹੜੀ ਹੈ DGP ਹੋਮ ਮਿਨਿਸਟਰ ਤੋਂ ਇਹ ਮੰਗ ਕਰ ਸਕਦੀ ਹੈ, ਔਰ ਕਾਮਯਾਬ ਹੁੰਦੀਆਂ ਇਹ ਮੰਗਾਂ। ਮੇਰੇ ਤਜਰਬੇ ਤੋਂ ਮੈਂ ਇਹ ਗੱਲ ਕਹਿ ਰਿਹਾ। ਸਰ ਇੱਕ ਨਜ਼ਰੀਆ ਹੋਰ ਕਾਨੂੰਨ ਦੇ ਪੈਰੋਕਾਰਾਂ ਦਾ, ਅਗਰ ਇਹ ਕੇਸ ਤੁਹਾਡੇ ਕੋਲ ਹੁੰਦਾ ਜੀ, ਬਾਈ ਚਾਂਸ ਮੈਂ ਇਹ ਗੱਲ ਕਰ ਰਿਹਾ, ਅਗਰ ਤੁਸੀਂ ਇਸ ਕੇਸ ਨੂੰ ਕਿਵੇਂ ਦੇਖਦੇ, ਤੇ ਹੁਣ ਤੱਕ ਕੀ ਹੋ ਜਾਣਾ ਚਾਹੀਦਾ ਸੀ, ਤੇ ਇਸ ਤੋਂ ਬਾਅਦ ਕੀ ਹੁੰਦਾ ਅਗਰ ਇਹ ਕੇਸ ਤੁਹਾਡੇ ਕੋਲ ਹੁੰਦਾ? ਇੱਕ ਲਾਈਨ ਦਾ ਆਨਸਰ ਹੈ, ਜੋ ਮਿਸ਼ਰਾ ਜੀ ਦੇ ਕੇਸ ਵਿੱਚ ਹੋਇਆ ਉਹੀ ਹੋਣਾ ਚਾਹੀਦਾ ਸੀ 1 ਮਹੀਨੇ ਤੋਂ ਪਹਿਲੇ। ਇਹ 1 ਮਹੀਨਾ ਲੇਟ ਕਿਉਂ ਹੋਇਆ, ਇਹਦੀ ਡਿਲੇ ਕਿਉਂ ਹੋਈ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲੀਆ ਚਿੰਨ੍ਹ ਹੈ। ਔਰ ਜਿਹਨੂੰ ਯੂਪੀ ਸਰਕਾਰ ਨੇ ਅਤੇ ਯੂਪੀ ਦੀ ਜਿਹੜੀ ਪੁਲਿਸ ਹੈ ਉਹਨੇ ਦੱਸਣਾ, ਉਹ ਉਹਨਾਂ ਨੇ ਇਹਦਾ ਜਵਾਬ ਦੇਣਾ, ਕਿਸੇ ਹੋਰ ਨੇ ਨਹੀਂ। ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਤੁਸੀਂ ਸਾਨੂੰ ਆਪਣਾ ਬੜੇ ਕੀਮਤੀ ਟਾਈਮ ਦੇ ਵਿੱਚ ਟਾਈਮ ਦਿੱਤਾ। ਇੱਥੇ ਅਸੀਂ ਬੜੇ ਗਰੀਨਰੀ ਦੇ ਵਿੱਚ ਅਸੀਂ ਇੰਟਰਵਿਊ ਕਰ ਰਹੇ ਸੀਗੇ, ਸਰ ਨੂੰ ਅਸੀਂ ਕਿਹਾ ਸੀਗਾ ਸਰ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਅਸੀਂ ਗੱਲ ਕਰਨੀ ਹੈ। ਸਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਸ ਕੇਸ ਨੂੰ ਲੈ ਕੇ? ਮੈਂ ਇਸ ਕੇਸ ਨੂੰ ਲੈ ਕੇ ਇਹ ਮੈਸੇਜ ਦੇਣਾ ਚਾਹਾਂਗਾ, ਇਸ ਵੇਲੇ ਜਿਹੜਾ ਸਾਡੇ ਬੱਚਿਆਂ ਦੇ ਵਿੱਚ ਯੂਰਪੀ ਕਲਚਰ ਜਿਹੜਾ ਘਰ ਕਰ ਰਿਹਾ, ਨਸ਼ੇ ਘਰ ਕਰ ਰਹੇ ਨੇ, ਇਹ ਹਿੰਦੁਸਤਾਨ ਦੀ ਸੱਭਿਅਤਾ ਨੂੰ ਉਜਾੜਨ ਦਾ ਇੱਕ ਬੜਾ ਵੱਡਾ ਸਾਜ਼ਿਸ਼ ਹੈ। ਕੌਮਾਂਤਰੀ ਪੱਧਰ 'ਤੇ ਇਹ ਕਹੀ ਜਾ ਸਕਦੀ ਹੈ ਸਾਜ਼ਿਸ਼। ਇਸ ਤੋਂ ਬਚਣ ਦੀ ਜ਼ਰੂਰਤ ਹੈ ਸਾਨੂੰ। ਇੱਕ ਉਹ ਵੀ ਜ਼ਮਾਨਾ ਸੀ ਜਦੋਂ ਹਿਊਨ ਸਾਂਗ, ਤੁਸੀਂ ਸੁਣਿਆ ਹੋਇਆ, ਹਿਸਟੋਰੀ 'ਚ ਆਇਆ ਸੀ, ਹਿਸਟੋਰੀਅਨ, ਉਹਨੇ ਆਪਣੀ ਲਿਖਤ 'ਚ ਲਿਖਿਆ ਸੀ ਕਿ ਮੈਂ ਚਾਈਨਾ ਤੋਂ ਚੱਲਿਆ ਅਤੇ ਮੈਂ ਭਾਰਤ ਦੇ ਕਈ ਹਾਈਵੇਜ਼ ਤੋਂ ਨਿਕਲਿਆ, ਜਾਂ ਜੋ ਵੀ ਮੁੱਖ ਸ਼ਾਹ ਮਾਰਗ ਸਨ ਜਾਂ ਸ਼ਾਹਰਾਹਾਂ ਸਨ ਉਹਨਾਂ ਤੋਂ ਨਿਕਲਿਆ, ਅਤੇ ਇੱਥੋਂ ਦੇ ਲੋਕ ਬੜੇ ਚੰਗੇ ਨੇ, ਆਓ ਭਗਤ ਕਰਦੇ ਨੇ,
ਇੱਥੇ ਲੁੱਟ ਖਸੁੱਟ ਤੇ ਕ੍ਰਾਈਮ ਦਾ ਕੋਈ ਨਾਂ ਨਹੀਂ। ਜੇ ਉਹ ਜ਼ਮਾਨਾ ਸੀ ਤੇ ਅੱਜ ਇਹ ਜ਼ਮਾਨਾ ਕਿਉਂ ਆਇਆ? ਸਾਡੇ ਬੱਚਿਆਂ ਨੂੰ, ਸਾਡੇ ਮਾਪਿਓ ਨੂੰ, ਸਾਡੇ ਜਿਹੜੇ ਦਾਦੀ ਦਾਦੇ ਨੇ, ਉਹਨਾਂ ਨੂੰ ਫੁਰਸਤ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਆ ਰਹੀਆਂ ਪੀੜ੍ਹੀਆਂ ਨੂੰ ਕਿਵੇਂ ਤੇ ਕਿਸ ਹਿਸਾਬ ਨਾਲ ਸੰਭਾਲਣਾ ਹੈ। ਨੂੰ ਸੱਸ ਨੂੰ ਆਪਸ ਵਿੱਚ ਲੜਨ ਤੋਂ ਟਾਈਮ ਨਹੀਂ, ਤੇ ਬੱਚੇ ਜਿਹੜੇ ਨੇ ਉਹ ਇਗਨੋਰ ਫੀਲ ਕਰਦੇ ਨੇ, ਤੇ ਉਹ ਫਿਰ ਆਪ ਮੁਹਾਰੇ ਕਿਸੇ ਐਸੇ ਪਾਸੇ ਚੱਲ ਜਾਂਦੇ ਨੇ ਜਿਹਦੇ ਨਤੀਜੇ ਜਿਹੜੇ ਨੇ ਆਹ ਕੇਸ ਹੀ ਤੁਹਾਡੇ ਸਾਹਮਣੇ ਆ ਰਹੇ ਨੇ। ਬਹੁਤ ਬਹੁਤ ਧੰਨਵਾਦ ਭੱਟੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਅਗਰ ਕੋਈ ਮੇਰਾ ਭਰਾ ਭੈਣ ਭੱਟੀ ਸਾਹਿਬ ਤੋਂ ਕੋਈ ਸਲਾਹ ਲੈਣਾ ਚਾਹੁੰਦਾ ਹੈ, ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਉਹਨਾਂ ਦਾ ਨੰਬਰ ਦੇ ਦਾਂਗੇ ਜੀ, ਤੁਸੀਂ ਉਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ। ਜੇ ਹੁਣ ਤੱਕ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਜਾਂ ਹੁਣ ਤੱਕ ਤੁਸੀਂ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਜ਼ਰੂਰ ਜਾਣਾ। ਹਰਚਰਨ ਦੇ ਕੇਸ ਦੀ ਪੈਰਵਾਈ ਕਿੱਥੇ ਤੱਕ ਪਹੁੰਚੀ ਹੈ ਤੇ ਕਿੱਥੇ ਤੱਕ ਜਾਏਗੀ, ਕੀ ਅਪਡੇਟ ਹੈ, ਤੁਹਾਨੂੰ ਹਮੇਸ਼ਾ ਦੇਖਣ ਨੂੰ ਮਿਲੇਗਾ ਜੀ। ਸੱਚਾਈ ਆਤਿਜ਼ਮ ਟੀਵੀ ਤੇ ਅਣਖ ਪੰਜਾਬ ਦੀ ਨਿਊਜ਼ ਚੈਨਲ ਤੇ। ਧੰਨਵਾਦ।